2800 ਸਾਲ ਪਹਿਲਾਂ ਤੋਂ ਚੀਨ ਦੇ ਵਿੱਚ ਵਰਤੀਆਂ ਜਾਂਦੀਆਂ ਜਿੰਨੀਆਂ ਵੀ ਦਵਾਈਆਂ ਉਹਨਾਂ ਦੇ ਵਿੱਚ ਕਿਸ ਤਰੀਕੇ ਇਸ ਬੇਸ਼ਕੀਮਤੀ ਖੁਸ਼ਬੂਦਾਰ ਬੂਟੇ ਨੂੰ ਵਰਤਿਆ ਗਿਆ, ਕਿੰਨੀਆਂ ਚੀਜ਼ਾਂ ਤੇ ਇਸ ਤੋਂ ਫਾਇਦਾ ਲਿਆ ਗਿਆ। ਉਹਦੀ ਇੰਪੋਰਟੈਂਸ ਉਹਨਾਂ ਸਮਿਆਂ ਵਿੱਚ ਕਿ ਜਿੱਥੇ ਲਗਭਗ 350 ਗ੍ਰਾਮ ਜੇ ਕਿਸੇ ਨੇ ਦਾਲਚੀਨੀ ਲੈਣੀ ਸੀ ਤਾਂ ਉਹਦੇ ਬਦਲੇ 5.5 ਕਿਲੋ ਚਾਂਦੀ ਦੇਣੀ ਪੈਂਦੀ ਸੀ। ਅੰਦਾਜ਼ਾ ਲਾ ਲਓ ਕਿੱਡੀ ਕੁ ਇਹ ਮਹਿੰਗੀ ਚੀਜ਼। ਤੇ ਅਸੀਂ ਸੋਚਦੇ ਹਾਂ ਕਿ ਸਾਡੇ ਮਸਾਲੇ ਦੇ ਗਰਮ ਮਸਾਲੇ 'ਚ ਹੀ ਮਾੜੀ ਜੀ ਪੈ ਗਈ, ਅਸੀਂ ਦਾਲਚੀਨੀ ਚਾਹ 'ਚ ਪਾ ਲਈ, ਅਸੀਂ ਕਮਾਲ ਕਰ ਲਿਆ। 115 ਕਿਸਮ ਦੇ ਬੂਟੇ ਜਦੋਂ ਟੈਸਟ ਕੀਤੇ ਗਏ, ਸਭ ਤੋਂ ਵਧੀਆ ਟੌਪ ਕਲਾਸ ਜਿਹੜੇ ਐਂਟੀਆਕਸੀਡੈਂਟ ਸਨ ਉਹ ਇਸੇ ਵਿੱਚ ਹੀ ਲੱਭੇ। ਸੋ ਇਹਦਾ ਮਤਲਬ ਹੈ ਕੈਂਸਰ, ਦਿਲ ਦੇ ਰੋਗਾਂ ਲਈ ਜਾਂ ਹੋਰ ਵੀ ਬਹੁਤ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਵਿੱਚ ਇਹਦੀ ਕਾਫੀ ਇਹਦਾ ਰੋਲ ਹੈ। ਬਹੁਤੀ ਦੇਰ ਪ੍ਰੀਜ਼ਰਵ ਕਰਨ ਲਈ ਬਹੁਤ ਸਾਰੇ ਫੇਸ ਪਾਊਡਰਸ ਵਿੱਚ, ਉਹ ਵਾਲੀਆਂ ਕਰੀਮਾਂ ਵਿੱਚ, ਫੇਸ ਕਰੀਮਸ ਦੇ ਵਿੱਚ, ਫੇਸ ਪੈਕਸ ਦੇ ਵਿੱਚ, ਲਿਪਸਟਿਕਸ ਵਿੱਚ, ਯਾਨੀ ਅਣਗਿਣਤ ਚੀਜ਼ਾਂ ਵਿੱਚ ਇਹਨੂੰ ਪਾਇਆ ਗਿਆ। ਕਿ ਦਾਲਚੀਨੀ ਘਰਾਂ ਦੇ ਵਿੱਚ ਬਿਲਕੁਲ ਖੁੱਲੀ ਨਾ ਰੱਖਿਓ, ਕਿਉਂਕਿ ਇਸ ਵੇਲੇ ਦੁਨੀਆ ਭਰ ਵਿੱਚ ਇੱਕ ਵੱਖ ਚੀਜ਼ ਸ਼ੁਰੂ ਹੋ ਗਈ ਹੈ। ਨੌਜਵਾਨ ਬੱਚੇ ਦਾਲਚੀਨੀ ਚੈਲੰਜ ਕਰਨ ਲੱਗ ਗਏ ਨੇ, ਜਿਸ ਨਾਲ ਹਸਪੀਟਲ ਦੇ ਵਿੱਚ ਸਾਡੇ ਕੋਲ ਸੀਰੀਅਸ ਕੇਸ ਵੀ ਜਾਂਦੇ ਨੇ, ਮੌਤ ਤੱਕ ਹੋਈ ਵੀ ਰਿਪੋਰਟ ਹੋ ਗਈ ਹੈ। ਤੇ ਹੁਣ ਤਾਂ ਮਾਊਥ ਫਰੈਸ਼ਨਰ 'ਚ ਇੰਨੀ ਕੁ ਇਹ ਦਾਲਚੀਨੀ ਦੀ ਵਰਤੋਂ ਹੋਣ ਲੱਗ ਗਈ ਹੈ ਕਿ ਆਪਾਂ ਬਜਾਏ ਕਿ ਉਹ ਮਹਿੰਗੇ ਮਾਊਥ ਫਰੈਸ਼ਨਰ ਲੈਣ ਨਾਲੋਂ ਤੁਸੀਂ ਦਾਲਚੀਨੀ ਦਾ ਛੋਟਾ ਜਿਹਾ ਟੋਟਾ ਜੇ ਮੂੰਹ ਦੇ ਵਿੱਚ ਰੱਖ ਕੇ ਚੱਬ ਲੈਂਦੇ ਹੋ ਤਾਂ ਉਹ ਸਾਰੀ ਮੂੰਹ ਵਾਲੀ ਬਦਬੂ ਵੀ ਚਲੀ ਜਾਂਦੀ ਹੈ। ਕਿੱਲ, ਮੁਹਾਸੇ, ਦਾਗ ਦੂਗ ਕਾਫੀ ਸਾਫ਼ ਹੋ ਜਾਂਦੇ ਨੇ। ਇਹ ਚਮੜੀ ਵਿਚਲੇ ਕੋਲਾਜਨ ਨੂੰ ਲਚਕੀਲਾ ਬਣਾ ਦਿੰਦੀ ਹੈ, ਜਿਸ ਸਦਕਾ ਇਹਦੇ ਵਿੱਚ ਚਿਹਰੇ ਦੀ ਰੌਣਕ ਵੀ ਵਾਪਸ ਆ ਜਾਂਦੀ ਹੈ, ਦਾਗ ਹਲਕੇ ਚਲੇ ਜਾਂਦੇ ਨੇ ਤੇ ਨਾਲੇ ਨਾਲ ਇਹ ਨਿੱਕੀਆਂ ਮੋਟੀਆਂ ਝੁਰੜੀਆਂ ਵੀ ਇਹ ਠੀਕ ਕਰ ਦਿੰਦੀ ਜੇ। ਅਸਲ ਦਾਲਚੀਨੀ ਸਿਲੋਨ ਵਾਲੀ ਹੁੰਦੀ ਜੇ ਜੀ, ਕਿਉਂਕਿ ਜਿਹੜੀ ਕੇਸੀਆ ਕਿਸਮ ਹੁੰਦੀ ਜੇ ਇਹਦੇ ਵਿੱਚ ਇੱਕ ਕੁਮਾਰਿਨ ਹੁੰਦੀ ਜੇ, ਜਿਸ ਸਦਕਾ ਇਹਦੀ ਵਾਧੂ ਵਰਤੋਂ ਸਗੋਂ ਤਗੜਾ ਨੁਕਸਾਨ ਕਰ ਸਕਦੀ ਜੇ। ਇਸ ਲਈ ਬਹੁਤ ਧਿਆਨ ਨਾਲ ਇਹ ਲੈਣੀ ਚਾਹੀਦੀ ਜੀ। ਇਹਨੂੰ ਦੇਣ ਲਈ ਜਾਂ ਤਾਂ ਪਾਣੀ ਵਿੱਚ ਉਬਾਲ ਕੇ ਲਿਆ ਗਿਆ ਸੀ, ਉਹ ਪਾਣੀ ਪੀ ਲਿਆ ਗਿਆ ਸੀ, ਜਾਂ ਉਹਦੇ ਵਿੱਚ ਜਿਵੇਂ ਮੈਂ ਚਾਹ ਦਾ ਢੰਗ ਦੱਸਿਆ ਉਦਾਂ ਲੈ ਸਕਦੇ ਹੋ, ਜਾਂ ਉਹਨੂੰ ਸਬਜ਼ੀ ਜਾਂ ਦਾਲ ਵਿੱਚ ਮਿਕਸ ਕਰਕੇ ਉਸ ਤਰ੍ਹਾਂ ਵੀ ਲਿਆ ਜਾ ਸਕਦਾ। ਕੁਝ ਲੋਕ ਦਹੀਂ ਦੇ ਵਿੱਚ ਇਹਨੂੰ ਪਾ ਕੇ ਲੈ ਲੈਂਦੇ ਨੇ, ਕੋਸਾ ਤਾਜ਼ਾ ਜੰਮਿਆ ਹੋਇਆ, ਉਹ ਵੀ ਓਨਾ ਹੀ ਅਸਰਦਾਰ ਹੈ। ਇੱਕ ਚੂੰਡੀ ਜੇ ਲੈਂਦੇ ਰਹੋ ਸਾਲ ਭਰ ਵੀ ਤੁਸੀਂ ਲੈ ਸਕਦੇ ਹੋ, ਉਹਦਾ ਕੋਈ ਨੁਕਸਾਨ ਨਹੀਂ। ਪਰ ਜੇ ਚਮਚਿਆਂ ਦੇ ਹਿਸਾਬ ਨਾਲ ਜਾਣਾ ਜੇ ਤਾਂ ਜ਼ਰੂਰ ਡਾਕਟਰੀ ਸਲਾਹ ਦੇ ਨਾਲ ਕਿ ਜਿਹੜੀ ਪ੍ਰੋਪਰ ਡੋਜ਼ ਚੱਲਦੀ ਹੋਏ ਤੇ ਸਿਰਫ ਜਿੰਨੇ ਹਫ਼ਤਿਆਂ ਦਾ ਮੈਂ ਜ਼ਿਕਰ ਕੀਤਾ ਉਨੀ ਹੀ ਦੇਰ ਲੈਣੀ ਚਾਹੀਦੀ, ਉਸ ਤੋਂ ਵੱਧ ਦੀ ਖੋਜ ਹਾਲੇ ਸਾਡੇ ਕੋਲ ਨਹੀਂ ਆਈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਨਾ ਟੌਪਿਕਸ ਤੇ ਜਿਸ ਤੇ ਵਿਚਾਰ ਚਰਚਾ ਕਰਨੀ ਬਣਦੀ ਹੁੰਦੀ ਹੈ। ਖਾਸ ਕਰਕੇ ਛੋਟੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਹੁੰਦੀਆਂ ਨੇ, ਪਰ ਸਾਨੂੰ ਉਹਨਾਂ ਗੱਲਾਂ ਦਾ ਨਹੀਂ ਹੁੰਦਾ ਪਤਾ। ਪਰ ਜਦੋਂ ਅਸੀਂ ਕਿਸੇ ਟੀਵੀ ਤੇ ਕੋਈ ਪ੍ਰੋਗਰਾਮ ਨੂੰ ਚੱਲਦੇ ਹੋਏ ਵੇਖਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਅੱਛਾ ਇਹ ਚੀਜ਼ ਤਾਂ ਸਾਡੇ ਘਰ ਦੇ ਵਿੱਚ ਵੀ ਹੈ, ਇਸ ਨੂੰ ਤਾਂ ਅਸੀਂ ਵੀ ਵਰਤ ਸਕਦੇ ਹਾਂ, ਸਰੀਰ ਨੂੰ ਉਸਦੇ ਕਿੰਨੇ ਫਾਇਦੇ ਨੇ। ਸੋ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਬਿਮਾਰੀਆਂ ਨੂੰ ਲੈ ਕੇ, ਤੰਦਰੁਸਤੀ ਨੂੰ ਲੈ ਕੇ, ਜਾਂ ਫਿਰ ਗੱਲਾਂ ਬਾਤਾਂ ਹੁੰਦੀਆਂ ਨੇ ਰਾਜਨੀਤੀ ਦੇ ਮਾਮਲਿਆਂ ਤੇ, ਧਾਰਮਿਕ ਮਾਮਲਿਆਂ ਤੇ। ਸੋ ਸਾਰੀਆਂ ਹੀ ਗੱਲਾਂ ਬਾਤਾਂ ਨੂੰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਰੱਖਦੇ ਹਾਂ, ਕਿਉਂਕਿ ਹਰ ਇੱਕ ਟੌਪਿਕ ਤੇ ਗੱਲ ਕਰਨੀ ਬਣਦੀ ਹੁੰਦੀ ਹੈ। ਸੋ ਸਾਰੀਆਂ ਹੀ ਜਿਹੜੀਆਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਟੌਪਿਕ ਲੈਂਦੇ ਹਾਂ, ਜਾਂ ਜਿੰਨੇ ਵੀ ਤੁਸੀਂ ਸੁਝਾਅ ਭੇਜਦੇ ਹੋ ਕਿ ਸਾਨੂੰ ਇਹ ਚੀਜ਼ ਬਾਰੇ ਫਾਇਦਾ, ਇਸ ਚੀਜ਼ ਬਾਰੇ ਨੁਕਸਾਨ, ਜ਼ਰੂਰ ਦੱਸੋ ਜੀ। ਸੋ ਸਾਰੇ ਹੀ ਗੱਲਾਂ ਤੇ ਆਪਾਂ ਵਿਚਾਰ ਚਰਚਾ ਕਰਨ ਦੇ ਲਈ ਸਪੈਸ਼ਲ ਪਟਿਆਲਾ ਤੋਂ ਅਰਜ਼ ਕਰਦੇ ਹੁੰਦੇ ਆ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਵੇਖ ਸੁਣ ਸਕਦੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਤੇ ਵੈਸੇ ਤਾਂ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਡਾਕਟਰ ਹਰਸ਼ਿੰਦਰ ਕੌਰ ਉਹ ਸ਼ਖਸੀਅਤ ਨੇ ਕਿ
ਹਰ ਇੱਕ ਇਨਸਾਨ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ, ਬਾਕੀ ਹੋਰ ਕਮਿਊਨਿਟੀਜ਼ ਦੇ ਵੀ ਲੋਕ ਨੇ ਜਿਹੜੇ ਇਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਨੇ, ਪਰ ਫਿਰ ਵੀ ਮੈਂ ਦੱਸ ਦੇਵਾਂ ਕਿ ਬੱਚਿਆਂ ਦੇ ਮਾਹਿਰ ਡਾਕਟਰ ਨੇ, ਰਜਿੰਦਰਾ ਹਸਪੀਟਲ ਦੇ ਵਿੱਚ ਜੌਬ ਕਰਦੇ ਨੇ, ਤੇ ਹੁਣੇ ਆਪਾਂ ਇਹਨਾਂ ਨੂੰ ਖਿੱਚ ਕੇ ਲੈ ਕੇ ਆਏ ਕਿ ਮੈਮ ਪਲੀਜ਼ ਪੇਪਰ ਦੇ ਵਿੱਚੋਂ ਥੋੜ੍ਹਾ ਜਿਹਾ ਟਾਈਮ ਕੱਢ ਲਓ, ਸਾਡੇ ਨਾਲ ਆਪਣਾ ਸ਼ੋਅ ਕਰ ਲਓ, ਤਾਂ ਕਿ ਆਪਾਂ ਦਰਸ਼ਕਾਂ ਦੇ ਨਾਲ ਵੀ ਥੋੜ੍ਹਾ ਜਿਹਾ ਆਪਾਂ ਉਹਨਾਂ ਨੂੰ ਸਮਾਂ ਦੇ ਸਕੀਏ, ਤੇ ਨਾਲ ਆਪਾਂ ਅੱਜ ਉਹਨਾਂ ਨੂੰ ਦਾਲਚੀਨੀ ਬਾਰੇ ਦੱਸ ਸਕੀਏ ਕਿ ਦਾਲਚੀਨੀ ਸਾਡੇ ਲਈ ਕਿੰਨੀ ਕੁ ਫਾਇਦੇਮੰਦ ਹੈ, ਕੀ ਹੁੰਦਾ ਜਾਂ ਕਿਵੇਂ ਅਸੀਂ ਉਸ ਨੂੰ ਲੈਣਾ, ਇਹ ਵੀ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਸੋ ਅੱਜ ਵਿਚਾਰ ਚਰਚਾ ਹੋਏਗੀ ਦਾਲਚੀਨੀ ਦੇ ਬਾਰੇ, ਤੇ ਉਸ ਤੋਂ ਪਹਿਲਾਂ ਮੈਮ ਆਪਾਂ ਨੂੰ ਇੱਕ ਕਹਾਣੀ ਸੁਣਾਉਂਦੇ ਹੁੰਦੇ ਨੇ। ਸੋ ਮੈਮ ਦਰਸ਼ਕਾਂ ਦੇ ਲਈ ਅੱਜ ਤੁਸੀਂ ਕਿਹੜੀ ਕਹਾਣੀ ਲੈ ਕੇ ਆਏ ਹੋ? ਮੇਰਾ ਖਿਆਲ ਹੈ ਬਾਦਸ਼ਾਹ ਨੀਰੋ ਦੇ ਬਾਰੇ ਬਹੁਤ ਜਣਿਆਂ ਨੇ ਸੁਣਿਆ ਹੋਣਾ। ਉਹਦੀ ਦੂਜੀ ਪਤਨੀ ਸੀ ਸਬੀਨਾ, ਜਿਹਦੇ ਬਾਰੇ ਕਾਫੀ ਕੁਝ ਲਿਖਿਆ ਜੋ ਮਿਲਦਾ ਹੈ ਇਤਿਹਾਸ ਦੇ ਵਿੱਚ, ਕਿਉਂਕਿ ਇਤਿਹਾਸਕ ਤੱਥ ਕਈ ਵਾਰ ਜਦੋਂ ਸਮਾਂ ਲੰਘ ਜਾਂਦਾ ਹੈ ਨਾ, ਬਹੁਤ ਜ਼ਿਆਦਾ ਕੁਝ ਤਬਦੀਲ ਵੀ ਹੋ ਜਾਂਦੇ ਨੇ, ਕਿਉਂਕਿ ਉਸ ਥਾਂ ਤੇ ਕੌਣ ਸੀ ਇਹ ਸਭ ਨੂੰ ਪਤਾ ਹੈ। ਤਾਂ ਜੋ ਕੁਝ ਵੀ ਅੱਜ ਦੇ ਦਿਨ ਪੜ੍ਹਿਆ ਜਾਏਗਾ, ਉਸੇ ਹਿਸਾਬ ਨਾਲ ਜੋ ਉਹਨਾਂ ਸਮਿਆਂ ਦੇ ਵਿੱਚ ਕੁਝ ਚੀਜ਼ਾਂ ਲੱਭੀਆਂ ਆਰਕੀਓਲੋਜਿਸਟ ਨੂੰ, ਜਾਂ ਜੋ ਕੁਝ ਲਿਖਿਆ ਕਿਤੇ ਨਾ ਕਿਤੇ ਜਾਂ ਕਿਸੇ ਤਸਵੀਰਾਂ ਦੇ ਵਿੱਚ ਜਿਵੇਂ ਵੀ ਉਹ ਲੱਭਿਆ, ਉਸੇ ਤੋਂ ਹੀ ਅੰਦਾਜ਼ਾ ਲਾਇਆ ਗਿਆ ਕਿ ਉਹਦੀ ਮਿਸਟਰੈਸ ਪਹਿਲਾਂ ਬਣੀ ਤੇ ਫਿਰ ਉਹਦੀ ਸੈਕੰਡ ਵਾਈਫ ਬਣੀ, ਜਿਹਦੀ ਪਹਿਲਾਂ ਕਿਸੇ ਦੇ ਨਾਲ ਵੀ ਰਿਲੇਸ਼ਨ ਸਨ। ਸੋ ਬਾਦਸ਼ਾਹ ਨੀਰੋ ਨੇ ਉਹਦੀ ਖੂਬਸੂਰਤੀ ਤੇ ਫਿਦਾ ਹੁੰਦਿਆਂ ਆਪਣਾ ਵਿਆਹ ਉਹਦੇ ਨਾਲ ਜਦੋਂ ਕੀਤਾ, ਸੈਕੰਡ ਵਾਈਫ, ਤਾਂ ਫਿਰ ਇਹਨੇ ਪੂਰਾ ਰਾਜ ਹਥਿਆਉਣ ਦੇ ਲਈ ਉਸਦੀ ਪਹਿਲੀ ਪਤਨੀ ਨੂੰ ਵੀ ਮਰਵਾਇਆ। ਜਿਹੜਾ ਉਹਦਾ ਸਪੋਰਟਰ ਸੀ ਉਹਦੀ ਪਹਿਲੀ ਪਤਨੀ ਦਾ, ਜੋ ਦੱਸਦਾ ਸੀ ਸਿਆਣਾ ਬੰਦਾ, ਬੁੱਧੀਜੀਵੀ, ਕਿ ਇਹ ਕੁਛ ਕਰਨਾ ਚਾਹੀਦਾ, ਇਹ ਕੁਛ ਨਹੀਂ ਚਾਹੀਦਾ, ਉਹਨੂੰ ਵੀ ਇਹਨੇ ਮਰਵਾਇਆ। ਤੇ ਫਿਰ ਆਪਣੇ ਹਿਸਾਬ ਨਾਲ ਜਿਸ ਤਰੀਕੇ ਉਹਨੇ ਨੀਰੋ ਨੂੰ ਚਲਾਇਆ ਤੇ ਕਿਵੇਂ ਜੰਗਾਂ ਤੱਕ ਕਰਵਾ ਦਿੱਤੀਆਂ ਕਿ ਆਹ ਮੈਨੂੰ ਪਸੰਦ ਹੈ, ਨਹੀਂ ਪਸੰਦ, ਇਸ ਤਰ੍ਹਾਂ ਇਹਨੂੰ ਮਾਰਨਾ, ਇਹਨੂੰ ਰੱਖਣਾ, ਯਾਨੀ ਬਹੁਤ ਕੁਛ ਚੰਗਾ ਮਾੜਾ ਉਸਨੇ ਕਰਵਾਇਆ। ਤੇ ਅਖੀਰ ਪਤਾ ਜੇ ਕੀ ਹੋਇਆ ਜੀ? ਜਦੋਂ ਆਪ ਅਖੀਰ ਪ੍ਰੈਗਨੈਂਟ ਹੋਈ ਤਾਂ ਕਿਸੇ ਨਿੱਕੀ ਜਿਹੀ ਗੱਲ ਤੇ ਨੀਰੋ ਦੇ ਨਾਲ ਜਦੋਂ ਝਗੜਾ ਹੋਇਆ, ਤਾਂ ਨੀਰੋ ਵੀ ਅੱਖੜ ਸੁਭਾਅ ਦਾ ਸੀ, ਜ਼ਿੱਦੀ ਸੀ, ਉਹਦੇ ਤੇ ਵੀ ਆਪਣੇ ਤੇ ਜਦੋਂ ਜੰਗਾਂ ਹੀ ਕਰਵਾ ਦਿੱਤੀਆਂ, ਇੰਨੇ ਮਰਵਾ ਹੀ ਦਿੱਤੇ, ਉਹ ਵੀ ਸਮਝ ਹੀ ਸਕਦੇ ਆ ਕਿ ਕਿੰਨਾ ਕੁ ਜ਼ਾਲਮ ਬਣ ਗਿਆ ਹੋਏਗਾ। ਸੋ ਉਹਨੇ ਇੱਕ ਤਰੀਕੇ ਇਸ ਨੂੰ ਗੁੱਸੇ ਦੇ ਵਿੱਚ ਠੁੱਡਾ ਮਾਰਿਆ, ਥੋੜਾ ਕੁੱਟਿਆ, ਤੇ ਜਿਹਦੇ ਨਾਲ ਉਹਦਾ ਬੱਚਾ ਡਿੱਗ ਪਿਆ ਅੰਦਰੋਂ, ਤੇ ਉਸੇ ਸਦਕਾ ਉਹਦੀ ਮੌਤ ਵੀ ਹੋ ਗਈ। ਕਾਫੀ ਇਹ ਧੱਕਾ ਜ਼ਬਰਦਸਤ ਸੀ ਬਾਦਸ਼ਾਹ ਨੀਰੋ ਲਈ ਜੀ। ਉਹਨੇ ਉਹਨੂੰ ਚੰਗੀ ਤਰ੍ਹਾਂ ਉਹਦੀ ਬਾਡੀ ਨੂੰ ਐਮਬਾਮ ਕਰਾ ਕੇ ਰੱਖਿਆ, ਤੇ ਫਿਰ ਉਹਨੂੰ ਉਦੋਂ ਇੱਕ ਚੀਜ਼ ਦੀ ਸਮਝ ਸੀ ਉਹਨਾਂ ਸਮਿਆਂ ਵਿੱਚ ਕਿ ਇਹ ਜੇ ਜ਼ਿਆਦਾ ਦੇਰ ਤੱਕ ਇਹਦੀ ਖੂਬਸੂਰਤੀ ਕਾਇਮ ਰੱਖਣੀ ਹੈ, ਇਹ ਇਸੇ ਤਰ੍ਹਾਂ ਹੀ ਯਾਨੀ ਬਣੀ ਰਵੇ, ਤੇ ਇਹ ਮੈਨੂੰ ਦਿਖਦੀ ਵੀ ਰਵੇ, ਤੇ ਮੈਂ ਇਹ ਮਹਿਸੂਸ ਵੀ ਕਰ ਸਕਾਂ ਕਿ ਉਹ ਜ਼ਿੰਦਾ ਹੈ ਮੇਰੇ ਨੇੜੇ, ਤੇ ਫਿਰ ਉਹਦੀ ਜਿਹੜੀ ਕੁਦਰਤੀ ਖੁਸ਼ਬੂ ਵੀ ਮੈਨੂੰ ਆਂਦੀ ਰਹੇ। ਉਹਨੇ ਪਤਾ ਜੇ ਕੀ ਕੀਤਾ ਜੀ? ਲਗਭਗ 1 ਸਾਲ ਤੱਕ ਵਰਤੀ ਜਾਣ ਵਾਲੀ ਦਾਲਚੀਨੀ ਦੀ ਜੋ ਬਾਹਰਲੀ ਪਰਤ ਛਿੱਲੜ ਹੁੰਦੀ ਜੇ, ਉਹ ਸਾਰੀ ਦੀ ਸਾਰੀ ਉਹਨੇ ਕੰਜ਼ਿਊਮ ਕੀਤੀ, ਕਿ ਕੁਝ ਤਾਂ ਉਹ ਸਰੀਰ ਦੇ ਬਾਹਰ ਲਾਈ, ਐਮਬਾਮ ਕੀਤੀ, ਜਿਸ ਤੋਂ ਪਤਾ ਸੀ ਕਿ ਇਹ ਲਾਣ ਦੇ ਨਾਲ ਬੜੀ ਦੇਰ ਤੱਕ ਸਰੀਰ ਉਸੇ ਤਰ੍ਹਾਂ ਹੀ ਰਹਿ ਜਾਂਦਾ, ਜੇ ਖੂਬਸੂਰਤੀ ਓਨੀ ਰਹਿ ਸਕੇਗੀ। ਤੇ ਫਿਰ ਉਹਦੇ ਆਲੇ ਦੁਆਲੇ ਜਿਸ ਥਾਂ ਤੇ ਉਹਨੇ ਰੱਖੀ ਸੀ, ਲਗਾਤਾਰ ਉਹ ਦਾਲਚੀਨੀ ਦਾ ਹੀ ਜੋ ਦਰਖਤ ਤੇ ਉਹਦੀ ਛਾਲ, ਮੈਂ ਤੁਹਾਨੂੰ ਦੱਸ ਰਹੀ, 1 ਸਾਲ ਦੀ ਜਿੰਨੀ ਸਪਲਾਈ ਸੀ, ਉਹ ਸਾਰੀ ਦੀ ਸਾਰੀ ਉਸੇ ਹੀ ਥਾਂ ਤੇ ਆਲੇ ਦੁਆਲੇ ਉਹਨੇ ਉਹ ਬਾਲ ਦਿੱਤੀ ਤੇ, ਤਾਂ ਕਿ ਉਹਦੀ ਖੁਸ਼ਬੂ ਲਗਾਤਾਰ ਕਈ ਮਹੀਨਿਆਂ ਤੱਕ ਆਂਦੀ ਰਵੇ, ਤੇ ਉਹਦੇ ਵਿੱਚ ਹੀ ਉਹ ਆਪਣੀ ਪਤਨੀ ਨੂੰ ਯਾਦ ਕਰ ਸਕੇ, ਉਹਦੀ ਯਾਦ ਜ਼ਿੰਦਾ ਰੱਖ ਸਕੇ। ਸੋ ਇਹ ਲਗਾਤਾਰ ਖੁਸ਼ਬੂ ਫੈਲਦੀ ਰਹੀ, ਜਿਸ ਤੋਂ ਦਾਲਚੀਨੀ ਦਾ ਤਾਂ ਇੱਕ ਗੱਲ ਸਾਹਮਣੇ ਆਈ ਹੋਈ ਕਿ ਏਡੀ ਇਹਦੀ ਮਹੱਤਤਾ ਤਗੜੀ ਹੈ, ਪਰ ਨਾਲੋਂ ਨਾਲ ਇੱਕ ਅਹਿਮ ਗੱਲ ਇਹ ਵੀ ਸਾਹਮਣੇ ਆ ਗਈ ਕਿ ਜਦੋਂ ਅਸੀਂ ਕਿਸੇ ਲਈ ਖੂਹ ਪੁੱਟਦੇ ਆ ਨਾ, ਕਦੇ ਨਾ ਕਦੇ ਉਹਦੇ ਵਿੱਚ ਆਪ ਡਿੱਗ ਜ਼ਰੂਰ ਜਾਂਦੇ ਆ ਜੀ। ਤੇ ਜਿੱਥੋਂ ਇਸ ਦੀ ਪਤਨੀ ਸਬੀਨਾ ਨੇ ਇੰਨੇ ਮਰਵਾਏ, ਪਹਿਲੀ ਪਤਨੀ ਵੀ ਮਰਵਾਈ, ਹੋਰ ਵੀ ਥਾਵਾਂ ਤੇ ਜੰਗਾਂ ਜਿਸ ਤਰੀਕੇ ਉਹਨੇ ਕਰਵਾਈਆਂ, ਆਪ ਤਾਂ ਗਈ ਹੋਈ,
ਨੀਰੋ ਵੀ ਗਿਆ ਪਰ ਇੱਕ ਸੁਨੇਹਾ ਬੜਾ ਤਗੜਾ ਦੇ ਗਏ ਕਿ ਅਸੀਂ ਜਦੋਂ ਕਿਸੇ ਹੋਰ ਲਈ ਕੁਝ ਮਾੜਾ ਸੋਚਦੇ ਹਾਂ ਤਾਂ ਉਹਦੇ ਨਾਲੋਂ ਨਾਲ ਸਾਡੀ ਆਪਣੀ ਕਿਸਮਤ ਵੀ ਉੱਥੇ ਹੀ ਲਿਖੀ ਜਾਂਦੀ ਜੇ। ਉਹਨਾਂ ਕੁ ਮਾੜਾ ਸਾਡੇ ਨਾਲ ਵਾਪਰ ਹੀ ਜਾਣਾ ਹੁੰਦਾ ਹੈ। ਕੋਸ਼ਿਸ਼ ਕਰੀਏ, ਅਸੀਂ ਤਾਂ ਸਦੀਵ ਹੀ ਰਹਿਣਾ ਨਹੀਂ, ਕਿਸੇ ਲਈ ਕੁਝ ਚੰਗਾ ਕਰ ਜਾਈਏ ਤਾਂ ਫਿਰ ਆਪਣੀ ਯਾਦ ਤਾਂ ਚੰਗੀ ਛੱਡ ਕੇ ਜਾਵਾਂਗੇ ਹੀ, ਪਰ ਉਸੇ ਤਰ੍ਹਾਂ ਉਸ ਚੰਗੀ ਚੀਜ਼ ਕੀਤੀ ਨਾਲ ਕੁਝ ਨਾ ਕੁਝ ਚੰਗਾ ਸਾਡੇ ਲਈ ਆਪਣੇ ਆਪ ਵਾਪਰ ਜਾਂਦਾ। ਪਤਾ ਨਹੀਂ ਹੁੰਦਾ ਔਖੇ ਸਮਿਆਂ ਵਿੱਚ ਕਦੋਂ ਉਹ ਚੰਗਾ ਸਾਡੇ ਨਾਲ ਵਾਪਰਨਾ ਹੁੰਦਾ ਹੈ ਤੇ ਕਿਵੇਂ ਆ ਜਾਂਦੀ ਹੈ ਉਹ ਚੀਜ਼ ਸਾਹਮਣੇ। ਸੋ ਕੋਸ਼ਿਸ਼ ਕਰੀਏ ਕਿ ਇਹ ਇਤਿਹਾਸਕ ਤੱਥਾਂ ਤੋਂ ਹੀ ਆਪਾਂ ਸਮਝ ਸਕੀਏ ਕੀ ਕੁਛ ਸਾਨੂੰ ਕਰਨਾ ਚਾਹੀਦਾ, ਆਪਣੀ ਜ਼ਿੰਦਗੀ ਵਿੱਚ ਕੀ ਅਪਣਾਉਣਾ ਚਾਹੀਦਾ। ਪਰ ਇਹਦੇ ਨਾਲੋਂ ਨਾਲ ਸਾਨੂੰ ਅੱਜ ਦਾ ਮੁੱਦਾ ਜ਼ਰੂਰ ਮਿਲ ਗਿਆ ਕਿ ਦਾਲਚੀਨੀ ਆਖਰ ਕੀ ਇਹਨੇ ਕਮਾਲ ਕੀਤਾ ਸੀ ਉਹਨਾਂ ਸਮਿਆਂ ਵਿੱਚ ਜੀ ਕਿ ਉਹਦੇ ਇੰਨਾ ਯਾਨੀ ਉਹਦੀ ਇੰਪੋਰਟੈਂਸ ਉਹਨਾਂ ਸਮਿਆਂ ਵਿੱਚ ਕਿ ਜਿੱਥੇ ਲਗਭਗ 350 ਗ੍ਰਾਮ ਜੇ ਕਿਸੇ ਨੇ ਦਾਲਚੀਨੀ ਲੈਣੀ ਸੀ ਤਾਂ ਉਹਦੇ ਬਦਲੇ 5.5 ਕਿਲੋ ਚਾਂਦੀ ਦੇਣੀ ਪੈਂਦੀ ਸੀ। ਅੰਦਾਜ਼ਾ ਲਾ ਲਓ ਕਿੱਡੀ ਕੁ ਇਹ ਮਹਿੰਗੀ ਚੀਜ਼। ਤੇ ਅਸੀਂ ਸੋਚਦੇ ਹਾਂ ਕਿ ਸਾਡੇ ਮਸਾਲੇ ਦੇ ਗਰਮ ਮਸਾਲੇ 'ਚ ਹੀ ਮਾੜੀ ਜੀ ਪੈ ਗਈ, ਅਸੀਂ ਦਾਲਚੀਨੀ ਚਾਹ 'ਚ ਪਾ ਲਈ, ਅਸੀਂ ਕਮਾਲ ਕਰ ਲਿਆ। ਉਹਦੇ ਫਾਇਦੇ ਸ਼ਾਇਦ ਸਾਨੂੰ ਇੱਥੋਂ ਅੰਦਾਜ਼ਾ ਹੋ ਜਾਏਗਾ ਕਿ ਪੁਰਾਣੇ ਸਮਿਆਂ ਦੀ ਜਿੰਨੀਆਂ ਵੀ ਹੁਣ ਮਮੀਜ਼ ਜੋ ਬਹੁਤ ਦੇਰ ਤੱਕ ਪ੍ਰੀਜ਼ਰਵਡ ਰਹੀਆਂ ਜੀ, ਉਹਨਾਂ ਦੇ ਸਰੀਰਾਂ ਦੇ ਬਾਹਰ ਦਾਲਚੀਨੀ ਦਾ ਪਾਊਡਰ ਹੀ ਪੇਸਟ ਹੀ ਲਾਈ ਗਈ ਸੀ, ਜਿਸ ਦਾ ਮਤਲਬ ਸੀ ਕਿ ਉਹਦੇ ਉੱਤੇ ਕੀਟਾਣੂ ਛੇਤੀ ਅਸਰ ਨਹੀਂ ਕਰਨਗੇ, ਜ਼ਿਆਦਾ ਦੇਰ ਤੱਕ ਉਹ ਯਾਨੀ ਇੱਕ ਤਰੀਕੇ ਪਿਉਰੀਫਾਈਡ ਵੀ ਰਹੇਗੀ, ਉਹਦੇ ਤੇ ਕੀਟਾਣੂਆਂ ਦੇ ਹੱਲਾ ਕਿਉਂਕਿ ਨਹੀਂ ਹੋਏਗਾ, ਪ੍ਰੀਜ਼ਰਵਡ ਜ਼ਿਆਦਾ ਦੇਰ ਠੀਕ ਠਾਕ ਰਹਿ ਸਕੇਗੀ। ਸੋ ਇਹ ਤਾਂ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਪਤਾ ਲੱਗ ਚੁੱਕਾ ਸੀ ਸਾਡੇ ਹੀ ਵੱਡੇ ਵਡੇਰਿਆਂ ਨੂੰ ਕਿ ਇਹਦੇ ਕਿਸ ਤਰੀਕੇ ਦੇ ਵਰਤੋਂ ਵਿੱਚ ਲਿਆਉਣਾ ਹੈ ਜੀ। ਤੇ ਉਹਨਾਂ ਸਮਿਆਂ ਵਿੱਚ ਇਸ ਦੀ ਇੰਨੀ ਕੁ ਤਗੜੀ ਖੁਸ਼ਬੂ ਸਦਕਾ ਜੰਗਾਂ ਵੀ ਹੋਈਆਂ ਇਹਨੂੰ ਲੁੱਟਣ ਖਾਤਰ, ਕਿਉਂਕਿ ਸਿਲੋਨ ਦੇ ਵਿੱਚ ਇਹ ਖਾਸ ਤੌਰ ਤੇ ਬਹੁਤ ਜ਼ਿਆਦਾ ਮਿਲਦੀ ਸੀ। 2800 ਸਾਲ ਪਹਿਲਾਂ ਤੋਂ ਚੀਨ ਦੇ ਵਿੱਚ ਵਰਤੀਆਂ ਜਾਂਦੀਆਂ ਜਿੰਨੀਆਂ ਵੀ ਦਵਾਈਆਂ, ਉਹਨਾਂ ਦੇ ਵਿੱਚ ਕਿਸ ਤਰੀਕੇ ਇਸ ਬੇਸ਼ਕੀਮਤੀ ਖੁਸ਼ਬੂਦਾਰ ਬੂਟੇ ਨੂੰ ਵਰਤਿਆ ਗਿਆ, ਕਿੰਨੀਆਂ ਚੀਜ਼ਾਂ ਤੇ ਇਸ ਤੋਂ ਫਾਇਦਾ ਲਿਆ ਗਿਆ, ਉਹਦਾ ਵੀ ਜ਼ਿਕਰ ਮਿਲਦਾ ਜੇ। ਪਰ ਇਹਦੇ ਨਾਲੋਂ ਨਾਲ ਬਹੁਤ ਕੁਝ ਪੁਰਾਣੇ ਹਕੀਮ ਦੱਸਦੇ ਨੇ ਕਿ ਖੰਘ ਜ਼ੁਕਾਮ ਗਲੇ ਦੀ ਖਰਾਸ਼ ਲਈ ਤਾਂ ਦਾਲਚੀਨੀ ਬਿਹਤਰੀਨ ਹੈ। ਤੇ ਮੇਰਾ ਖਿਆਲ ਹੈ ਆਪਾਂ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਉਹ ਪਿਛਲੇ ਪ੍ਰੋਗਰਾਮ ਵੀ ਆਪਾਂ ਦੱਸਿਆ ਸੀ ਨੁਸਖਾ ਕਿ ਕਿਵੇਂ ਤੁਸੀਂ ਇਸ ਦੇ ਨਾਲ ਚਿਹਰੇ ਦੀ ਰੌਣਕ ਆਪਾਂ ਦੁਹਰਾ ਵੀ ਦਿਆਂਗੇ ਇਸ ਵਾਰ ਅਖੀਰ ਵਿੱਚ। ਪਰ ਇਹਦੇ ਨਾਲ ਖੰਘ ਜ਼ੁਕਾਮ ਗਲੇ ਦੀ ਖਰਾਸ਼ ਲਈ ਬਾ ਕਮਾਲੇ, ਬਲਕਿ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਬਹੁਤੀ ਵਾਰ ਤੁਹਾਨੂੰ ਲੋੜ ਹੀ ਨਹੀਂ ਦਵਾਈ ਦੀ, ਇਕੱਲੀ ਜੇ ਦਾਲਚੀਨੀ ਸਹੀ ਮਾਤਰਾ ਵਿੱਚ ਲੈ ਲਈ ਜਾਵੇ ਤਾਂ ਇਹ ਕਾਫੀ ਹੱਦ ਤੱਕ ਖੰਘ ਜ਼ੁਕਾਮ ਗਲਾ ਖਰਾਬ ਆਪੇ ਹੀ ਠੀਕ ਕਰ ਦੇਗੀ, ਜੋ ਆਪਾਂ ਨੁਸਖਾ ਜ਼ਰੂਰ ਦੱਸਾਂਗੇ। ਜੀ। ਹੁਣ ਇਹਦੇ ਲਈ ਤੁਸੀਂ ਇੱਥੇ ਆਪਾਂ ਕਹਿ ਤਾਂ ਦਿੰਨੇ ਆ ਕਿ ਪੁਰਾਣੇ ਸਮਿਆਂ ਦੇ ਲੋਕ ਬਹੁਤੇ ਸਿਆਣੇ ਨਹੀਂ ਸੀ ਜੀ, ਅਸੀਂ ਪਤਾ ਨਹੀਂ ਕੀ ਕੁਝ ਸਿੱਖ ਲਿਆ ਸੀ, ਉਹਨਾਂ ਤੋਂ ਸਿਆਣੇ ਬਣ ਗਏ। ਪਰ ਉਹਨਾਂ ਸਮਿਆਂ 'ਚ ਕੋਈ ਫ੍ਰਿਜ ਨਹੀਂ ਸੀ, ਕੋਈ ਪ੍ਰੀਜ਼ਰਵੇਟਿਵ ਨਹੀਂ ਸੀ। ਲੋਕ ਉਹਨਾਂ ਸਮਿਆਂ 'ਚ ਜਦੋਂ ਖੇਤੀ ਵੀ ਨਹੀਂ ਸਨ ਜਾਣਦੇ, ਉਦੋਂ ਵੀ ਇਹ ਜਿਹੜੇ ਯਾਨੀ ਸ਼ਿਕਾਰ ਕਰਦੇ ਸਨ, ਜਿਹੜਾ ਮਾਸ ਬਚ ਜਾਂਦਾ ਸੀ ਉਹਦੇ ਉੱਤੇ ਵੀ ਇਹੀ ਦਾਲਚੀਨੀ ਦਾ ਲੇਪ ਲਾ ਕੇ ਰੱਖ ਲੈਂਦੇ ਸਨ ਕਿ ਉਹ ਜ਼ਿਆਦਾ ਦੇਰ ਤੱਕ ਯਾਨੀ ਅਗਲੇ ਦਿਨ ਤੱਕ ਬਚਾ ਸਕਣ ਤੇ ਅਗਲੇ ਦਿਨ ਉਹ ਵਰਤ ਸਕਣ। ਸੋ ਉਹਦੇ ਉੱਤੇ ਕੀਟਾਣੂਆਂ ਦਾ ਹੱਲਾ ਨਹੀਂ ਸੀ ਬੋਲਦਾ। ਯਾਨੀ ਮਾਸ ਨੂੰ ਬਚਾਉਣ ਲਈ ਇੱਕ ਤਰੀਕੇ ਅੱਜ ਦੇ ਦਿਨ ਜਦੋਂ ਹੁਣ ਕੋਈ ਕੁਦਰਤੀ ਪ੍ਰੀਜ਼ਰਵੇਟਿਵ ਬਣਾ ਕੇ ਤੇ ਫਿਰ ਇਸ ਤਰੀਕੇ ਨੂੰ 100 ਗੁਣਾ ਮਹਿੰਗਾ ਦੂਜੀ ਚੀਜ਼ ਤੋਂ ਜਦੋਂ ਵੇਚਦੇ ਨੇ ਬਾਜ਼ਾਰ ਵਿੱਚ ਕਿ ਨੈਚੁਰਲੀ ਪ੍ਰੀਜ਼ਰਵਡ ਹੈ, ਅਸੀਂ ਜੀ ਕੈਮੀਕਲ ਪ੍ਰੀਜ਼ਰਵੇਟਿਵ ਨਹੀਂ ਪਾਏ, ਤਾਂ ਭਲਾ ਕੋਈ ਇਹਨਾਂ ਨੂੰ ਦੱਸੇ ਕਿ ਤੁਸੀਂ ਅੱਜ ਯਾਦ ਕੀਤਾ। ਇੰਨੇ ਸਦੀਆਂ ਦੀ ਚੀਜ਼ ਜੋ ਪਈ ਸੀ, ਤੁਸੀਂ ਤਾਂ ਸਿੱਖਿਆ ਵੀ ਉਹਨਾਂ ਤੋਂ ਹੀ ਤੇ ਵਰਤ ਕੇ ਸਾਨੂੰ ਹੀ ਲੁੱਟੀ ਜਾਂਦੇ ਹੋ ਭਾਈ। ਅਸੀਂ ਕਿਉਂ ਨਹੀਂ ਘਰਾਂ ਵਿੱਚ ਆਪ ਇਹ ਚੀਜ਼ ਵਰਤ ਲੈਂਦੇ ਜੋ ਕਿ ਬਹੁਤ ਮਹਿੰਗੇ ਭਾਅ ਬਾਹਰੋਂ ਖਰੀਦਦੇ ਆ। ਤਾਂ ਇਸੇ ਲਈ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਜੀ ਜੀ ਕਿ ਜੇ ਇੰਗਲੈਂਡ ਨੂੰ ਸਿਲੋਨ ਉੱਤੇ ਹੱਲਾ ਬੋਲ ਕੇ ਹਥਿਆਉਣਾ ਪਿਆ ਸੀ ਸਿਰਫ ਇੱਕ ਦਾਲਚੀਨੀ ਲਈ, ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਗੁਣ ਸੀ। ਉਹ ਗੁਣਾਂ ਨੂੰ ਹੀ ਅੱਜ ਆਪਾਂ ਸਿਰਫ ਖੋਜਾਂ ਦੇ ਉੱਤੇ ਆਧਾਰਿਤ ਗੱਲਾਂ ਨੂੰ ਲਵਾਂਗੇ ਤਾਂ ਕਿ ਉਹਦੇ ਵਿੱਚ ਸਾਰਿਆਂ ਨੂੰ ਸਮਝ ਆ ਜਾਵੇ, ਕਿਉਂਕਿ ਜੋ ਹਜ਼ਾਰਾਂ ਵਰਤੀ ਜਾਂਦੀ ਰਹੀ, ਹੁਣ
ਸਿਰਫ ਖੋਜ ਹੀ ਹੋਈ ਜੇ ਜਿਸ ਜੀ। ਨਾਲ ਉਹਦੇ ਸਾਨੂੰ ਚੀਜ਼ਾਂ ਪਤਾ ਲੱਗਣ ਲੱਗੀਆਂ ਨੇ, ਵਰਤੋਂ ਵਿੱਚ ਬਹੁਤ ਦੇਰ ਤੋਂ ਹੈ। ਜੀ ਇਹਦੇ ਮੈਮ। ਵਿੱਚ ਇੱਕ ਅਹਿਮ ਗੱਲ ਦੱਸਦੇ ਹਾਂ ਕਿ ਦਾਲਚੀਨੀ ਘਰਾਂ ਦੇ ਵਿੱਚ ਬਿਲਕੁਲ ਖੁੱਲੀ ਨਾ ਰੱਖਿਓ, ਕਿਉਂਕਿ ਇਸ ਵੇਲੇ ਦੁਨੀਆ ਭਰ ਵਿੱਚ ਇੱਕ ਵੱਖ ਚੀਜ਼ ਸ਼ੁਰੂ ਹੋ ਗਈ ਹੈ। ਨੌਜਵਾਨ ਬੱਚੇ ਦਾਲਚੀਨੀ ਚੈਲੰਜ ਕਰਨ ਲੱਗ ਗਏ ਨੇ, ਜਿਸ ਨਾਲ ਹਸਪੀਟਲ ਦੇ ਵਿੱਚ ਸਾਡੇ ਕੋਲ ਸੀਰੀਅਸ ਕੇਸ ਵੀ ਜਾਂਦੇ ਨੇ, ਮੌਤ ਤੱਕ ਹੋਈ ਵੀ ਰਿਪੋਰਟ ਹੋ ਗਈ ਹੈ, ਜਿਹਦੇ ਵਿੱਚ ਇਹ ਇੱਕ ਚਮਚਾ ਭਰ ਕੇ ਦਿਖਾਏ ਜਾਂਦੇ ਨੇ। ਆਨਲਾਈਨ ਚੈਲੰਜਸ ਜੋ ਕਰਦੇ ਨੇ ਕਿ ਕੌਣ ਜੀ ਆ ਚਮਚ ਇਮੀਡੀਏਟਲੀ ਲੰਘਾ ਸਕਦਾ ਤੇਜ਼ੀ ਤੋਂ ਤੇਜ਼ੀ ਨਾਲ, ਜੀ। ਉਹ ਡਰਾਈ ਪਾਊਡਰ ਜਿਹੜਾ ਫਿਰ ਗਲੇ ਅੰਦਰ ਚਿਪਕ ਜਾਂਦਾ, ਮੌਤ ਦਾ ਕਾਰਨ ਵੀ ਬਣ ਜਾਂਦਾ ਹੈ। ਸੋ ਇਸ ਦਾਲਚੀਨੀ ਚੈਲੰਜ ਤੋਂ ਜ਼ਰਾ ਬੱਚਿਆਂ ਨੂੰ ਪਰਾਂ ਰੱਖਿਓ, ਕਿਉਂਕਿ ਇਹਦੇ ਨਾਲ ਅਹਿਮ ਚੀਜ਼ ਜੋ ਜੁੜੀ ਜੇ ਉਹ ਜੇ ਇਹਦੇ ਨਾਲ ਉਤੇਜਨਾ, ਇਹਦੇ ਨਾਲ ਸਰੀਰਕ ਸੰਬੰਧਾਂ ਦਾ ਕਿਵੇਂ ਵਧੀਆ ਕਰਨਾ, ਇਹ ਸਾਰੀਆਂ ਚੀਜ਼ਾਂ ਦਾਲਚੀਨੀ ਨਾਲ ਜੁੜ ਕੇ ਹੀ ਇਹਨੂੰ ਇੰਨੀਆਂ ਸਦੀਆਂ ਤੋਂ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੀ ਰਹੀ ਜੇ। ਜੀ। ਜਿਸ ਤਰੀਕੇ ਅੱਜ ਦੀ ਖੋਜ ਅਸੀਂ ਕਰਾਂਗੇ, ਉਹ ਵੀ ਇੱਕ ਤਰੀਕੇ ਦੀ ਤੁਸੀਂ ਕਹਿ ਸਕਦੇ ਹੋ ਕਿ ਮਿਰਾਕਲ ਹੀ ਹੋਵੇਗਾ। ਇਹ ਕਰਾਮਾਤ ਕਿਵੇਂ ਵਾਪਰੀ, ਖੋਜ ਜਿਸ ਤਰੀਕੇ ਅਸਲ 'ਚ ਚੱਲੀ ਇਸੇ ਤਰੀਕੇ ਹੀ ਸੀ ਕਿ ਉਤੇਜਨਾ ਦੇ ਲਈ ਕਿਵੇਂ ਦਵਾਈ ਇਸ 'ਚੋਂ ਕੱਢੀ ਜਾਵੇ, ਕਿੰਨੀ ਮਾਤਰਾ 'ਚ ਵਰਤੀ ਜਾਏ। ਪਤਾ ਲੱਗਿਆ ਇਸ 'ਚ ਐਂਟੀਆਕਸੀਡੈਂਟ ਬਿਹਤਰੀਨ ਨੇ। 115 ਕਿਸਮ ਦੇ ਬੂਟੇ ਜਦੋਂ ਟੈਸਟ ਕੀਤੇ ਗਏ, ਸਭ ਤੋਂ ਵਧੀਆ ਟੌਪ ਕਲਾਸ ਜਿਹੜੇ ਐਂਟੀਆਕਸੀਡੈਂਟ ਸਨ ਉਹ ਇਸੇ ਵਿੱਚ ਹੀ ਲੱਭੇ। ਸੋ ਇਹਦਾ ਮਤਲਬ ਹੈ ਕੈਂਸਰ, ਦਿਲ ਦੇ ਰੋਗਾਂ ਲਈ ਜਾਂ ਹੋਰ ਵੀ ਬਹੁਤ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਵਿੱਚ ਇਹਦੀ ਕਾਫੀ ਇਹਦਾ ਰੋਲ ਹੈ। ਇਹਦੀਆਂ ਦੋ ਕਿਸਮਾਂ ਮਿਲਦੀਆਂ ਜੇ, ਸਿਲੋਨ ਤੇ ਕੇਸੀਆ। ਜੀ। ਦਰਅਸਲ ਜਿਹੜੀ ਅਸਲ ਕਿਸਮ ਜੋ ਅਸਰ ਦਿਖਾਉਂਦੀ ਜੇ, ਜਿਹਦੇ ਸਦੀਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਫਾਇਦੇ ਨੇ, ਜਾਂ ਜਿਸ ਨਾਲ ਐਮਬਾਮਿੰਗ ਤੱਕ ਕੀਤੀ ਗਈ, ਪ੍ਰੀਜ਼ਰਵੇਸ਼ਨ ਹੋ ਰਹੀ ਜੇ, ਜਾਂ ਜੋ ਵੀ ਖੋਜਾਂ ਦੇ ਅਸਰ ਦਿਖਦੇ ਨੇ, ਉਹ ਸਿਰਫ ਤੇ ਸਿਰਫ ਸਿਲੋਨ ਵਾਲੀ ਨਾਲ ਦਿਖਦੇ ਨੇ। ਕੇਸੀਆ ਦਰਅਸਲ ਅਸਲ ਨਹੀਂ ਹੈ, ਪਰ ਬਾਜ਼ਾਰ ਵਿੱਚ ਜੇ ਤੁਸੀਂ ਦੇਖੋਗੇ ਕੇਸੀਆ ਹੀ ਕਿਸਮ ਮਿਲ ਰਹੀ ਜੇ। ਸਿਲੋਨ ਕਿਸਮ ਸਿਰਫ ਉਹੀ ਜੇ ਜਿਹਦੇ ਬਾਹਰ ਲਿਖਿਆ ਹੋਵੇ ਸਿਲੋਨ ਦਾਲਚੀਨੀ, ਨਹੀਂ ਤਾਂ ਇਹ ਸਿਰਫ ਤੇ ਸਿਰਫ ਕੇਸੀਆ ਹੀ ਹੈ ਜਿਹਦੇ ਬਾਹਰ ਕੁਝ ਵੀ ਨਾ ਲਿਖਿਆ ਹੋਏ, ਕੱਲੀ ਦਾਲਚੀਨੀ ਹੈ। ਦਾ ਮਤਲਬ ਉਹ ਨੰਬਰ 2 ਵਾਲੀ ਜੇ ਜਿਹਦੇ ਵਿੱਚ ਫਾਇਦੇ ਨਹੀਂ ਨੇ, ਜਾਂ 20% ਨੇ ਜਿਨ੍ਹਾਂ ਨਾਲ ਕੋਈ ਬਹੁਤਾ ਫਾਇਦਾ ਮਿਲ ਨਹੀਂ ਸਕਦਾ। ਜੀ। ਜੀ। ਹੁਣ ਇਹਦੇ ਵਿੱਚ ਇਹਦਾ ਇੱਕ ਤੇਲ ਹੁੰਦਾ ਜੇ ਜੋ ਬੜਾ ਬਿਹਤਰੀਨ ਹੈ, ਜਿਸਨੂੰ ਸਿਨਾਮੈਲਡੀਹਾਈਡ ਜਿਹਦੇ ਵਿੱਚ ਹੈ, ਜਿਸ ਕਾਰਨ ਇਹਦੀ ਖੁਸ਼ਬੂ ਬੜੀ ਤਗੜੀ ਜੇ। ਰੂਮ ਫਰੈਸ਼ਨਰਸ ਵਿੱਚ ਅੱਜ ਕੱਲ ਪਾਈ ਜਾਣ ਲੱਗ ਗਈ। ਈਵਨ ਬਹੁਤੀ ਦੇਰ ਪ੍ਰੀਜ਼ਰਵ ਕਰਨ ਲਈ ਬਹੁਤ ਸਾਰੇ ਫੇਸ ਪਾਊਡਰਸ ਵਿੱਚ, ਉਹ ਵਾਲੀਆਂ ਕਰੀਮਾਂ ਵਿੱਚ, ਫੇਸ ਕਰੀਮਸ ਦੇ ਵਿੱਚ, ਫੇਸ ਪੈਕਸ ਦੇ ਵਿੱਚ, ਲਿਪਸਟਿਕਸ ਵਿੱਚ, ਯਾਨੀ ਅਣਗਿਣਤ ਚੀਜ਼ਾਂ ਵਿੱਚ ਇਹਨੂੰ ਪਾਇਆ ਗਿਆ ਜੇ। ਹੁਣ ਉਹ ਜੋ ਪੋਲੀਫਿਨੋਲ ਨੇ ਡੋਜ਼ਿਸ਼ ਵੀ ਘਟਾਉਂਦੇ ਨੇ ਸਰੀਰ ਦੇ ਅੰਦਰਲੀ ਵੀ। ਸੋ ਇਹ ਸਾਰਾ ਕੁਝ ਨੂੰ ਦੇਖਦਿਆਂ ਖੋਜ ਤਾਂ ਜਿਵੇਂ ਮੈਂ ਦੱਸਿਆ ਚੱਲ ਰਹੀ ਸੀ ਸਰੀਰਕ ਸੰਬੰਧ ਬਣਾਉਣ ਲਈ, ਪਰ ਉਹਦੇ ਵਿੱਚ ਕੀ ਹੋਇਆ ਕਿ 100 ਸ਼ੱਕਰ ਰੋਗੀ ਕੀਤੇ ਸਨ ਜਿਨ੍ਹਾਂ ਨੂੰ ਇਰੈਕਟਾਈਲ ਡਿਸਫੰਕਸ਼ਨ ਸੀ। ਕੋਸ਼ਿਸ਼ ਤਾਂ ਉਹਦੇ ਪਾਸੇ ਕਰ ਰਹੇ ਸਨ, ਤੇ ਜਦੋਂ ਦੇਖਿਆ ਗਿਆ, ਉਹਨੂੰ ਪਾਇਆ ਗਿਆ ਦਾਲਚੀਨੀ ਦਾ ਲਗਭਗ ਪੌਣਾ ਚਮਚ ਰੋਜ਼, ਮੈਂ ਫਿਰ ਦੁਹਰਾ ਦਿਆਂ, ਸਿਲੋਨ ਵਾਲੇ ਨਾਲ, ਕੇਸੀਆ ਵੈਰਾਈਟੀ ਨਹੀਂ ਅਸਰ ਕਰਦੀ, ਉਹਦੇ ਵਿੱਚ ਦੇਖਿਆ ਗਿਆ ਕਿ ਇਹਨਾਂ ਦੀ ਸ਼ੱਕਰ ਦੀ ਮਾਤਰਾ ਬੜੀ ਜ਼ਬਰਦਸਤ ਕੰਟਰੋਲ ਚ ਆਈ। ਫਿਰ ਕੋਲੈਸਟਰੋਲ ਵੀ ਘਟਣ ਲੱਗ ਗਿਆ। ਪਰ ਕਿਉਂਕਿ ਇਹ ਖੋਜ ਸ਼ੱਕਰ ਰੋਗੀਆਂ ਵਾਸਤੇ ਨਹੀਂ ਸੀ, ਇਹ ਤਾਂ ਨਾਲ ਇੱਕ ਹੋਰ ਚੀਜ਼ ਲੱਭੀ ਸੀ। ਤੇ ਜਦੋਂ ਇਹਦੇ ਰਿਜ਼ਲਟਸ ਸਾਹਮਣੇ ਆਏ ਤਾਂ ਫਿਰ ਉਹਦੇ ਵਿੱਚੋਂ ਇਹਨਾਂ ਨੇ ਉਸ ਤੋਂ ਬਾਅਦ 13 ਹੋਰ ਖੋਜਾਂ ਵੱਖੋ ਵੱਖ ਕੀਤੀਆਂ ਗਈਆਂ, ਜਿਨ੍ਹਾਂ 'ਚ ਦਿਲ ਦੇ ਰੋਗੀ ਮਰੀਜ਼ 2 ਹਿੱਸਿਆਂ ਵਿੱਚ ਵੰਡੇ ਗਏ। ਇੱਕ ਗਰੁੱਪ ਨੂੰ ਯਾਨੀ ਇੱਕੋ ਜਿਹੀ ਬਿਮਾਰੀ ਸੀ, ਇੱਕਿਆਂ ਦੇ ਨਾਲ ਇਹ ਦਿੱਤੀ ਗਈ ਸੀ ਆਪਾਂ ਦਾਲਚੀਨੀ, ਤੇ ਦੂਜਿਆਂ ਨੂੰ ਨਹੀਂ ਸੀ ਦਿੱਤੀ ਗਈ ਜੀ। ਉਹਦੇ ਵਿੱਚ ਦੇਖਿਆ ਗਿਆ ਕਿ ਜਿਨ੍ਹਾਂ ਨੂੰ ਦਾਲਚੀਨੀ ਦਿੱਤੀ ਜਾ ਰਹੀ ਸੀ ਉਹਨਾਂ ਦੇ ਸਰੀਰ ਅੰਦਰ ਟ੍ਰਾਈਗਲਿਸਰਾਈਡ ਵੀ ਤੇ ਮਾੜੇ ਕੋਲੈਸਟਰੋਲ ਦੀ ਮਾਤਰਾ ਕਾਫੀ ਘਟ ਗਈ। ਹੁਣ ਇਹਨਾਂ ਨੂੰ ਜਦੋਂ ਸਭ ਨੂੰ ਦਿੱਤੀ ਗਈ ਸੀ, ਜਿਵੇਂ ਮੈਂ ਦੱਸਿਆ ਕਿ ਇਹ 'ਚ ਲਗਭਗ ਅੱਧਾ ਚਮਚ 3 ਮਹੀਨੇ ਰੋਜ਼ ਖਵਾਈ ਗਈ ਸੀ ਇਹ ਅਸਰ ਦੇਖਣ ਲਈ ਜੀ। ਇਹਦੇ ਵਿੱਚ ਜਿਹੜੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਪੌਣਾ ਚਮਚ ਖਵਾਈ ਗਈ ਸੀ, ਯਾਨੀ ਅੱਧੇ ਚਮਚ ਵਾਲਿਆਂ ਦਾ ਸੀ ਜਿਹਨਾਂ ਨੂੰ ਪੌਣਾ ਚਮਚ ਖਵਾਈ ਗਈ ਤੇ 8 ਹਫ਼ਤੇ ਲਗਾਤਾਰ ਖਵਾਈ ਗਈ, ਉਹਨਾਂ ਸਾਰਿਆਂ ਦਾ ਬਲੱਡ ਪ੍ਰੈਸ਼ਰ ਵੀ ਘਟ ਗਿਆ
ਤੇ ਉਹਨਾਂ ਵਿੱਚੋਂ ਕੁਝ ਫੀਸਦੀ ਦੀ ਦਵਾਈ ਬਲੱਡ ਪ੍ਰੈਸ਼ਰ ਜਿਨ੍ਹਾਂ ਦਾ ਬਹੁਤਾ ਨਹੀਂ ਸੀ ਵਧਿਆ ਹੋਇਆ ਬੰਦ ਹੀ ਹੋ ਗਈ, ਯਾਨੀ ਇੰਨੀ ਕਮਾਲ ਦਾ ਇਹਦਾ ਅਸਰ ਦਿਖਿਆ। ਹੁਣ ਇਹ ਅਸਰ ਕਰ ਰਹੇ ਸਨ, ਚੈੱਕ ਕਰ ਰਹੇ ਸਨ, ਤਾਂ ਫਿਰ ਇਹਨਾਂ ਨੇ ਸ਼ੱਕਰ ਰੋਗੀ, ਟਾਈਪ 2 ਡਾਇਬਟੀਜ਼ ਵਾਲੇ ਸ਼ੱਕਰ ਰੋਗੀਆਂ ਤੇ ਵੀ ਇਹਦਾ ਅਸਰ ਘੋਖਣਾ ਸ਼ੁਰੂ ਕੀਤਾ ਜੀ, ਜਿਸ ਵਿੱਚ ਉਹਨਾਂ ਨੇ ਦੇਖਿਆ ਕਿ ਸਰੀਰ ਅੰਦਰਲੀ ਜੋ ਇਨਸੂਲਿਨ ਜੇ ਉਹਦਾ ਅਸਰ ਟਾਈਪ 2 ਡਾਇਬਟੀਜ਼ 'ਚ ਜੋ ਕੁਦਰਤੀ ਨਿਕਲਦੀ ਹੈ ਉਹਦਾ ਅਸਰ ਘੱਟ ਹੋ ਜਾਂਦਾ ਹੈ। ਤਾਂ ਫਿਰ ਉਹਨਾਂ ਨੇ ਦੇਖਿਆ ਕਿ ਦਾਲਚੀਨੀ ਜਿਨ੍ਹਾਂ ਨੂੰ ਦੇ ਰਹੇ ਆ ਉਹਦੇ ਵਿੱਚ ਉਸ ਇਨਸੂਲਿਨ ਦਾ ਅਸਰ ਕਾਫੀ ਤਗੜਾ ਦਿਸਿਆ, ਵਧਿਆ ਦਿਖਿਆ, ਜਿਹਦੇ ਵਿੱਚੋਂ ਇਹ ਅਲਟੀਮੇਟਲੀ ਕਿ ਇਹ ਇਨਸੂਲਿਨ ਕੋਈ ਇਹਦੇ ਵਿੱਚ ਜੇ ਉਸ ਵਰਗਾ ਹੀ ਇਹਦਾ ਅਸਰ ਦਿਖ ਰਿਹਾ ਜੇ ਜੀ, ਤੇ ਉਹ ਪਰ ਅਜੇ ਤੱਕ ਖੋਜ ਜਾਰੀ ਹੈ ਕਿ ਕਿੰਨੀ ਮਾਤਰਾ ਵਿੱਚ ਤੇ ਉਸ ਦੇਣ ਤੋਂ ਬਾਅਦ ਕਿੰਨੀ ਦੇਰ ਤੱਕ ਉਹਦਾ ਅਸਰ ਰਹੇਗਾ, ਦੁਬਾਰਾ ਦੇਣ ਦੀ ਲੋੜ ਹੈ ਕਿ ਨਹੀਂ ਹੈ, ਤੇ ਕਿੰਨੀ ਦੇਰ ਫਿਰ ਜਾਰੀ ਜੇ। ਕਿ ਜਿਹੜਾ ਖਾਣੇ ਦੇ ਅੰਦਰਲਾ ਮਿੱਠਾ ਹੁੰਦਾ ਉਹ ਦਾਲਚੀਨੀ ਦਰਅਸਲ ਉਸ ਨੂੰ ਹਜ਼ਮ ਨਹੀਂ ਹੋਣ ਦਿੰਦੀ, ਜਿਸ ਨਾਲ ਲਹੂ ਦੇ ਵਿੱਚ ਸ਼ੱਕਰ ਦੀ ਮਾਤਰਾ ਤੇਜ਼ੀ ਨਾਲ ਨਹੀਂ ਵੱਧਦੀ। ਤੇ ਇਸੇ ਹੀ ਤਰ੍ਹਾਂ ਕਈ ਤਰ੍ਹਾਂ ਦੇ ਰਸ ਹੁੰਦੇ ਨੇ ਜਿਹੜੇ ਕਾਰਬੋਹਾਈਡਰੇਟ ਨੂੰ ਤੋੜ ਕੇ ਸਰੀਰ ਅੰਦਰ ਸ਼ੱਕਰ ਵਧਾਉਂਦੇ ਨੇ, ਉਹਨਾਂ ਦਾ ਅਸਰ ਵੀ ਦਾਲਚੀਨੀ ਕਾਫੀ ਘਟਾ ਦਿੰਦੀ ਜੇ, ਜਿਸ ਕਾਰਨ ਇਹ ਸ਼ੱਕਰ ਰੋਗੀਆਂ ਲਈ ਤਾਂ ਇੱਕ ਤਰੀਕੇ ਇੱਕ ਤਾਂ ਇਨਸੂਲਿਨ ਵਰਗਾ ਅਸਰ ਪਾਣਾ, ਦੂਸਰਾ ਇਹ ਜਿਵੇਂ ਇਹਨੇ ਇੰਨੇ ਕੁ ਅਸਰ ਚੁਫੇਰਿਓਂ ਕੁਦਰਤ ਨੇ ਇਸ 'ਚ ਭਰੇ ਨੇ, ਤਾਂ ਸਮਝ ਆ ਸਕਦੀ ਹੈ ਕਿ ਵਾਕਈ ਕਰਾਮਾਤੀ ਅਸਰ ਇਹ ਸ਼ੱਕਰ ਰੋਗੀਆਂ ਤੇ ਦਿਖਾ ਰਹੀ ਹੈ। ਇਹਨਾਂ ਵਿੱਚ ਇੱਕ ਹੋਰ ਬਹੁਤ ਅਹਿਮ ਖੋਜ ਮੈਂ ਜ਼ਿਕਰ ਕਰਨਾ ਚਾਹਾਂਗੀ ਕਿ 2 ਮਹੀਨੇ ਜਦੋਂ ਲਗਾਤਾਰ ਦਾਲਚੀਨੀ ਇਹਨਾਂ ਸ਼ੱਕਰ ਰੋਗੀਆਂ ਨੂੰ ਜਿਨ੍ਹਾਂ ਨੂੰ ਖਵਾਈ ਗਈ ਸੀ, ਉਹਨਾਂ ਦੀ HbA1c ਜਿਹੜੀ ਮਾਤਰਾ ਸੀ ਉਹ ਵੀ ਠੀਕ ਹੋਈ ਲੱਭੀ। ਯਾਨੀ ਇੱਕ ਸਿਰਫ ਉਸੇ ਵੇਲੇ ਨਹੀਂ, ਲੌਂਗ ਟਰਮ ਇਫੈਕਟ ਵੀ ਬੜਾ ਕਮਾਲ ਦਾ ਸੀ। ਤੇ ਉਹਨਾਂ ਨੂੰ 1 ਚਮਚ ਰੋਜ਼ ਦਾਲਚੀਨੀ ਉਦੋਂ ਖਵਾਈ ਗਈ ਸੀ, ਜੋ ਕਿ ਸਿਰਫ ਸਿਲੋਨ ਵਾਲੀ ਵੈਰਾਈਟੀ ਸੀ। ਹੁਣ ਇਹਦੇ ਵਿੱਚ ਇੱਕ ਹੋਰ ਖੋਜ ਜੋ ਚੂਹਿਆਂ ਉੱਤੇ ਹੋਈ ਸੀ, ਉਹਦੇ ਵਿੱਚ ਇੱਕ ਬੜੀ ਕਮਾਲ ਦੀ ਹੋਰ ਚੀਜ਼ ਲੱਭੀ ਕਿ ਇਹਨਾਂ ਦੇ ਦਿਮਾਗ ਦੇ ਉੱਤੇ ਤੇ ਨਸਾਂ ਦੇ ਉੱਤੇ, ਦਿਮਾਗ ਅੰਦਰਲੇ ਰਸਾਂ ਉੱਤੇ ਵੀ ਇੰਨਾ ਕਮਾਲ ਦਾ ਅਸਰ ਦਿਖਾ ਰਹੀ ਸੀ ਕਿ ਜਿਨ੍ਹਾਂ ਨੂੰ ਚੂਹਿਆਂ ਨੂੰ ਪਾਰਕਿੰਸਨ ਵਰਗੇ ਲੱਛਣ ਸਨ, ਉਹਨਾਂ ਵਿੱਚ ਫਾਇਦਾ ਹੋਇਆ ਲੱਭਿਆ। ਉਹਨਾਂ ਦੀ ਯਾਦਦਾਸ਼ਤ ਦਾ ਸੈਂਟਰ ਬੜਾ ਕਮਾਲ ਦਾ ਅਸਰ ਦਿਖਾਉਣ ਲੱਗ ਪਿਆ। ਸੋ ਇਸੇ ਲਈ ਇਸ ਵੇਲੇ ਖੋਜਾਂ ਚੱਲ ਰਹੀਆਂ ਨੇ ਅਲਜ਼ਾਈਮਰ ਤੇ ਪਾਰਕਿੰਸਨ ਵਾਲੇ ਮਰੀਜ਼ਾਂ ਦੇ ਉੱਪਰ ਕਿ ਜੇ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿੰਨੀ ਮਾਤਰਾ ਵਿੱਚ ਦਿੱਤਾ ਜਾਵੇ, ਕਿੰਨੀ ਖੁਰਾਕ ਦੇਣ ਨਾਲ ਕਿੰਨੀ ਦੇਰ ਅਸਰ ਰਹੇਗੀ। ਹੁਣ ਇਹਦੇ ਵਿੱਚ ਜੇ ਇਜਾਜ਼ਤ ਦਿਓ 2 ਹੋਰ ਮੈਂ ਖੋਜਾਂ ਦਾ ਜ਼ਿਕਰ ਕਰਨਾ ਚਾਹਾਂਗੀ ਜੋ ਕੈਂਸਰ ਤੇ ਬਲੱਡ ਪ੍ਰੈਸ਼ਰ ਦੇ ਨਾਲ ਸਕਿਨ ਦੇ ਵਾਸਤੇ। ਜੀ ਮੈਮ, ਜ਼ਰੂਰ ਮੈਮ। ਅਸਲ 'ਚ ਕੈਂਸਰ ਦੇ ਉੱਤੇ ਜੋ ਖੋਜ ਹੋਈ ਉਹਦੇ ਵਿੱਚ ਵੀ ਚੂਹਿਆਂ ਉੱਤੇ ਖੋਜ ਕੀਤੀ ਗਈ ਸੀ। ਉਹ ਵੀ ਟੈਸਟ ਐਕਚੁਅਲੀ ਯਾਦਦਾਸ਼ਤ ਦੇ ਸੈਂਟਰ ਵਾਲੇ ਦੇ ਉੱਤੇ ਕੀਤਾ ਜਾ ਰਿਹਾ ਸੀ। ਉਹਨਾਂ ਵਿੱਚੋਂ ਜਿਹੜੇ ਚੂਹਿਆਂ ਤੇ ਨੂੰ ਅੰਡਕੋਸ਼ ਦਾ ਕੈਂਸਰ ਸੀ, ਉਹਨਾਂ ਦੇ ਓਵਰੀਜ਼ ਦੇ ਕੈਂਸਰ ਵਾਲੇ ਵਿੱਚ ਜਦੋਂ ਇਹ ਸਿਲੋਨ ਦਾਲਚੀਨੀ ਦਿੱਤੀ ਗਈ ਤਾਂ ਵੇਖਿਆ ਗਿਆ ਕਿ ਉਹਨਾਂ ਦੇ ਸੈੱਲਾਂ ਦਾ ਫੈਲਣਾ ਘਟ ਗਿਆ ਸੀ। ਉਹਦਾ ਨਾ ਸਿਰਫ ਰੇਟ ਆਫ ਸਪਰੈਡ ਬਲਕਿ ਸੈੱਲ ਸਾਈਜ਼ ਵੀ ਘਟ ਗਏ। ਫਿਰ ਉਹ ਟੈਸਟ ਕਰਨ ਤੇ ਪਤਾ ਲੱਗਿਆ ਇਹਦੇ ਵਿੱਚ ਇੱਕ ਸਿਨੇਮੈਲਡੀਹਾਈਡ ਹੁੰਦਾ ਜਿਹਦਾ ਇਹ ਅਸਰ ਸੀ। ਸੋ ਉਸੇ ਸਦਕਾ ਇਹ ਕਮਾਲ ਦੇ ਅਸਰ ਨੂੰ ਵੇਖਦੇ ਹੁਣ ਇਸ ਵੇਲੇ ਔਰਤਾਂ ਦੇ ਉੱਤੇ ਜਿਨ੍ਹਾਂ ਨੂੰ ਆਲਰੇਡੀ ਹੋਰ ਨਾਰਮਲ ਦਵਾਈਆਂ, ਉਹਨਾਂ ਦੇ ਆਪਰੇਸ਼ਨ, ਰੇਡੀਓਥੈਰੇਪੀ ਜੋ ਵੀ ਚੱਲਣਾ ਸਾਰਾ ਕੁਝ ਸਰਜਰੀ ਦੇ ਨਾਲ ਚੱਲਦਿਆਂ ਹੋਇਆਂ ਦਵਾਈ ਜਿਹੜੀ ਦੇ ਰਹੇ ਨੇ ਉਹਦੇ ਨਾਲ ਦਾਲਚੀਨੀ ਦੇ ਕੇ ਇਸ ਵੇਲੇ ਜੇ ਸਟੱਡੀ ਸ਼ੁਰੂ ਹੋਈ ਹੈ, ਇਹਦਾ ਅਜੇ ਰਿਸਰਚ ਜਾਰੀ ਜੇ, ਇਹਦੇ ਕੀ ਨਤੀਜੇ ਨਿਕਲਦੇ ਨੇ ਉਹਨਾਂ ਬਾਰੇ ਅਜੇ ਸਾਨੂੰ ਸਮਾਂ ਦੱਸੇਗਾ। ਪਰ ਜੇ ਇਹ ਅਸਰ ਵਾਕਈ ਜਿੰਨਾ ਚੂਹਿਆਂ ਉੱਤੇ ਦਿਖ ਰਿਹਾ ਉਨਾ ਹੀ ਬੰਦਿਆਂ ਤੇ ਹੋਵੇ, ਮਤਲਬ ਇਹਨਾਂ ਔਰਤਾਂ ਦੇ ਅੰਡਕੋਸ਼ ਦੇ ਕੈਂਸਰ ਤੇ, ਵਾਕਈ ਬੜੀ ਕਮਾਲ ਦੀ ਸਾਡਾ ਖੋਜ ਦਾ ਫਾਇਦਾ ਹੋਏਗਾ। ਇੱਥੇ ਇੱਕ ਹੋਰ ਵੀ ਚੀਜ਼ ਦੱਸਣੀ ਜ਼ਰੂਰੀ ਜੇ ਕਿ ਜਿਹੜੇ ਸਰੀਰ ਅੰਦਰ ਥਿੰਦੇ ਦੇ ਸੈੱਲ ਛੇਤੀ ਖੁਰਨ ਲੱਗ ਪੈਂਦੇ ਨੇ ਜੇ ਦਾਲਚੀਨੀ ਦਿੰਦੇ ਹੋ। ਇਹਦਾ ਮਤਲਬ ਹੈ ਭਾਰ ਘਟਾਉਣ ਲਈ ਵੀ ਅਸਰਦਾਰ ਜੇ, ਬਸ਼ਰਤੇ ਨਾਲ ਤੁਸੀਂ ਰੈਗੂਲਰ ਐਕਸਰਸਾਈਜ਼ ਤੇ ਤੁਸੀਂ ਡਾਈਟ ਠੀਕ ਰੱਖੋ। ਹੁਣ ਬਲੱਡ ਪ੍ਰੈਸ਼ਰ ਦਾ ਜੇ ਤਾਂ ਬ੍ਰੇਕ ਦਾ ਟਾਈਮ ਨਹੀਂ ਹੋਇਆ ਤਾਂ ਮੈਂ ਜ਼ਰੂਰ ਦੱਸਣਾ ਚਾਹਾਂਗੀ ਉਹਦਾ ਖੋਜ ਬਾਰੇ ਵੀ। ਜੀ ਮੈਮ, ਜ਼ਰੂਰ ਮੈਮ।
ਬਲੱਡ ਪ੍ਰੈਸ਼ਰ ਦੇ ਰੋਗੀਆਂ ਤੇ ਜਿਹੜੀ ਖੋਜ ਕੀਤੀ ਗਈ ਸੀ ਉਹਦੇ ਵਿੱਚ ਸਾਰੇ ਕੇਸ ਉਹ ਲਏ ਗਏ ਸੀ ਜਿਨ੍ਹਾਂ ਨੂੰ ਨਾਲ ਸ਼ੱਕਰ ਰੋਗ ਵੀ ਸੀ, ਯਾਨੀ ਡਾਇਬਟੀਜ਼ ਤੇ ਨਾਲ ਹਾਈਪਰਟੈਂਸ਼ਨ। ਇਹਨਾਂ ਨੂੰ 3 ਮਹੀਨੇ ਹਰ ਰੋਜ਼ ਅੱਧਾ ਚਮਚ ਦਾਲਚੀਨੀ ਖਵਾਈ ਗਈ ਸੀ ਜੀ। ਵੱਖੋ ਵੱਖਰੇ ਮੈਡੀਕਲ ਕਾਲਜਿਸ 4 ਥਾਵਾਂ ਤੇ ਇਹ ਖੋਜ ਕੀਤੀ ਗਈ ਸੀ ਤੇ ਵੇਖਿਆ ਗਿਆ ਕਿ ਇਹਨਾਂ ਸਾਰਿਆਂ ਵਿੱਚ ਜਿਹੜਾ ਉੱਪਰਲਾ ਸਿਸਟੋਲਿਕ ਬਲੱਡ ਪ੍ਰੈਸ਼ਰ 5 ਪੁਆਇੰਟ ਘਟਿਆ ਹੋਇਆ ਲੱਭਿਆ। ਇਹ ਵੀ ਅਜੇ ਤੱਕ, ਕਿਉਂਕਿ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਖੋਜ ਜਾਰੀ ਹੈ ਕਿ ਇਹ ਇੱਕ ਵਾਰ ਖਵਾਉਣ ਨਾਲ ਇੰਨੀ ਦੇਰ ਲਈ ਕਿੰਨੀ ਦੇਰ ਤੱਕ ਅਸਰ ਰਹਿੰਦਾ, ਦੁਬਾਰਾ ਲੋੜ ਪਏਗੀ ਜਾਂ ਨਹੀਂ, ਇਹ ਖੋਜਾਂ ਜਾਰੀ ਸਾਲ ਤੋਂ ਚੱਲ ਰਹੀਆਂ ਨੇ। ਸੋ ਅੱਗੋਂ ਹੁਣ ਪਤਾ ਲੱਗੇਗਾ ਕਿ ਇਹ 3 ਮਹੀਨੇ ਇੱਕ ਵਾਰ ਜਦੋਂ ਖਾਧੀ ਗਈ ਉਸ ਤੋਂ ਬਾਅਦ ਕੀ ਦੁਬਾਰਾ ਲੋੜ ਹੈ, ਕਿੰਨੀ ਦੇਰ ਤੱਕ ਅਸਰ ਰੱਖੇਗੀ। ਸੋ ਇਹ ਸਾਰਾ ਕੁਝ ਅਜੇ ਖੋਜ ਜਾਰੀ ਜੇ। ਹੁਣ ਜਿਨ੍ਹਾਂ ਨੂੰ ਜਿਵੇਂ ਆਪਾਂ ਅਸਰ ਕਾਫੀ ਤਗੜਾ ਜੇ ਐਂਟੀਆਕਸੀਡੈਂਟ ਵਜੋਂ, ਸੋ ਉਹ ਜੋੜਾਂ ਦੇ ਦਰਦ ਵਾਸਤੇ ਖਾਸ ਤੌਰ ਤੇ ਰਿਊਮੇਟਾਇਡ ਆਰਥਰਾਈਟਸ ਦੇ ਮਰੀਜ਼ਾਂ ਨੂੰ 8 ਹਫ਼ਤੇ ਜਦੋਂ ਇਹ ਖਵਾਈ ਗਈ, ਉਹਨਾਂ ਦੇ ਨਾਲ ਸੋਜ਼ਿਸ਼ ਦੀ ਦਵਾਈ ਅਲੱਗ ਚੱਲ ਰਹੀ ਸੀ। ਤੇ ਜਿਨ੍ਹਾਂ ਨੂੰ ਉਸ ਦਵਾਈ ਦੇ ਨਾਲ ਇਹ ਦਿੱਤੀ ਗਈ ਦਾਲਚੀਨੀ, ਉਹਨਾਂ ਵਿੱਚ ਕਾਫੀ ਅਸਰ ਦਰਦ ਨੂੰ ਤੇ ਸੋਜ਼ਿਸ਼ ਨੂੰ ਘਟਿਆ ਹੋਇਆ ਲੱਭਿਆ ਜੀ। ਹੁਣ ਕੋਲੈਸਟਰੋਲ ਦੇ ਜ਼ਰੂਰ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਨੀ ਆ ਕਿ ਜਿਹੜੇ ਵੱਖੋ ਵੱਖਰੇ 2 ਗਰੁੱਪ ਤਿਆਰ ਕੀਤੇ ਗਏ ਸਨ ਜੀ, ਜਿਨ੍ਹਾਂ ਵਿੱਚ 60 ਮਰੀਜ਼ 2 ਗਰੁੱਪਾਂ ਵਿੱਚ ਤਿਆਰ ਕਰਕੇ ਉਹਨਾਂ ਚੋਂ ਇੱਕ ਨੂੰ ਚੌਥਾ ਹਿੱਸਾ ਸਿਲੋਨ ਦਾਲਚੀਨੀ ਦਾ 40 ਦਿਨ ਖਵਾਇਆ ਗਿਆ। ਤਾਂ ਇਹ ਦੇਖਿਆ ਕਿ ਉਸ ਗਰੁੱਪ ਦੇ ਮਰੀਜ਼ਾਂ ਦਾ ਮਾੜਾ ਕੋਲੈਸਟਰੋਲ ਘੱਟ ਹੋ ਗਿਆ, ਜਿਹੜਾ ਗਰੁੱਪ ਇਹ ਖਾ ਰਿਹਾ ਸੀ। ਪਰ ਜਦੋਂ ਇਹ 18 ਹਫ਼ਤੇ ਲਗਾਤਾਰ ਖਵਾਇਆ ਤਾਂ ਦੇਖਿਆ ਕਿ ਚੰਗਾ ਕੋਲੈਸਟਰੋਲ ਨਾਲੋਂ ਨਾਲ ਵੱਧ ਵੀ ਗਿਆ। ਤਾਂ ਇਹ ਵੀ ਕਮਾਲ ਦੀ ਜੋ ਸਾਨੂੰ ਫਾਇਦਾ ਦਿਖਿਆ ਇਹਦੇ ਨਾਲ। ਹੁਣ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਚੀਜ਼ ਖਾਸ ਤੌਰ ਤੇ ਔਰਤਾਂ ਲਈ ਤਾਂ ਬਹੁਤ ਹੀ ਕਮਾਲ ਦੀ ਜੋ ਮੈਂ ਦੱਸਣਾ ਚਾਹਾਂਗੀ ਕਿ ਲੈਬ ਦੇ ਵਿੱਚ ਹੀ ਜਦੋਂ ਟੈਸਟ ਟਿਊਬ ਦੇ ਵਿੱਚ ਪਾ ਕੇ ਦੇਖਿਆ ਗਿਆ, ਇੱਕ ਕੈਂਡੀਡਾ ਐਲਬੀਕੈਂਸ ਹੁੰਦੀ ਜੇ ਜੋ ਵਜਾਈਨਲ ਇਨਫੈਕਸ਼ਨ ਕਰ ਦਿੰਦੀ ਜੇ, ਬੱਚੇਦਾਨੀ ਦੇ ਰਾਹ ਦੀ ਇਨਫੈਕਸ਼ਨ, ਇੱਕ ਕਿਸਮ ਦੀ ਉੱਲੀ ਜੇ। ਜਦੋਂ ਇਹ ਲੈਬੋਰੇਟਰੀ ਦੇ ਵਿੱਚ ਜਦੋਂ ਟੈਸਟ ਟਿਊਬ 'ਚ ਟੈਸਟ ਕਰਕੇ ਦੇਖਿਆ ਗਿਆ ਤਾਂ ਉਹਦੇ ਵਿੱਚ ਇਹ ਜਦੋਂ ਦਾਲਚੀਨੀ ਦਾ ਪਾਊਡਰ ਮਿਕਸ ਕੀਤਾ ਗਿਆ ਤਾਂ ਇਹ ਉੱਲੀ ਲਗਭਗ ਖਤਮ ਹੀ ਉਹਦੇ ਵਿੱਚ ਹੋ ਗਈ ਸੀ। ਸੋ ਇਹਦਾ ਅਸਰ ਹੁਣ ਕਾਫੀ ਦਵਾਈਆਂ ਵਿੱਚ ਪਾ ਕੇ ਦਿੱਤਾ ਜਾਣ ਲੱਗ ਗਿਆ। ਇਹ ਕੁਦਰਤੀ ਢੰਗ ਨਾਲ ਕਿਵੇਂ ਕਈ ਤਰ੍ਹਾਂ ਦੇ ਕੈਪਸੂਲਾਂ ਦੇ ਵਿੱਚ, ਕਈ ਦਵਾਈਆਂ ਵਿੱਚ ਇਹ ਪਹਿਲਾਂ ਹੀ ਸ਼ਾਮਲ ਹੋ ਗਈ। ਹੁਣ ਤਾਂ ਚਾਹ ਵੀ ਤੁਸੀਂ ਪਤਾ ਦਾਲਚੀਨੀ ਦੇ ਨਾਲ, ਪਰ ਇਹਦੇ ਲਈ ਆਪਾਂ ਮਾਸਕ ਪਿਛਲੀ ਵਾਰ ਦੱਸਿਆ ਵੀ ਸੀ ਜੋ ਇਹਨਾਂ ਨੂੰ ਛੇਤੀ ਠੀਕ ਕਰ ਸਕਦੀ ਜੇ। ਇੱਕ ਕਿਸਮ ਦੇ ਕੀਟਾਣੂ, ਜਿਵੇਂ ਆਪਾਂ ਹੁਣ ਗੱਲ ਕੀਤੀ ਜਿਹੜੇ ਇਹ ਫੰਗਸ ਦੀ, ਉਸੇ ਤਰ੍ਹਾਂ ਕੁਝ ਸਾਲਮੋਨੈਲਾ, ਕੁਝ ਈਕੋਲਾਈ ਵਰਗੇ ਕੀਟਾਣੂਆਂ ਉੱਤੇ ਵੀ ਇਹਦਾ ਅਸਰ ਜਿਹੜਾ ਲੈਬੋਰੇਟਰੀ ਵਿੱਚ ਬੜਾ ਕਮਾਲ ਦਾ ਹੋਇਆ ਦਿਸਿਆ। ਇਹ ਅਸਰ ਦਰਅਸਲ ਹੁਣ ਮੈਂ ਖੰਘ ਜ਼ੁਕਾਮ ਦੇ ਨੁਸਖਾ ਜ਼ਰੂਰ ਦੱਸਣਾ ਚਾਹਾਂਗੀ, ਜੇ ਬ੍ਰੇਕ ਦਾ ਟਾਈਮ ਹੋਵੇ ਤਾਂ ਫਿਰ ਆਪਾਂ ਉਸ ਤੋਂ ਬਾਅਦ ਚਾਲੂ ਰੱਖ ਸਕਦੇ ਹਾਂ। ਜੀ ਮੈਮ। ਹਾਂਜੀ ਮੈਮ, ਨੁਸਖਾ ਨਵਦੀਪ ਜੀ ਆਪਾਂ ਮੁਫਤ ਦੱਸ ਦਿੰਨੇ ਆ। ਖਾਸ ਤੌਰ ਤੇ ਜਿਹੜਾ ਗਲੇ ਖਰਾਬ ਲਈ ਮੈਂ ਪਹਿਲਾਂ ਹੀ ਕਿਹਾ ਕਿ ਬਿਨਾਂ ਕਿਸੇ ਦਵਾਈ ਤੇਜ਼ ਜਾਂ ਠੰਡੀ ਜੋ ਵੀ ਮਰਜ਼ੀ ਤੋਂ ਬਗੈਰ ਤੁਸੀਂ ਕਿਵੇਂ ਖੰਘ ਜ਼ੁਕਾਮ ਗਲਾ ਖਰਾਬ ਠੀਕ ਕਰ ਸਕਦੇ ਹੋ। ਦਰਅਸਲ ਇਹਦੇ ਵਿਚਲਾ ਸਿਨੇਮਨ ਆਇਲ ਹੈ ਜੋ ਇਹ ਚੰਗਾ ਇਸ ਦਾ ਅਸਰ ਦਿਸ ਰਿਹਾ। ਉਹਦੇ ਵਿੱਚ ਆਪਾਂ 1 ਕੱਪ ਪਾਣੀ ਦੇ ਵਿੱਚ ਜੇ ਦਾਲਚੀਨੀ ਦਾ ਛੋਟਾ ਜਿਹਾ ਛਾਲ ਦਾ ਟੋਟਾ ਭਾਵੇਂ ਪਾ ਲਓ ਜਾਂ 1 ਚੁੰਡੀ ਤੋਂ ਵੀ ਨੇੜੇ ਤੇੜੇ ਦੀ ਸਿਰਫ ਦਾਲਚੀਨੀ ਪਾਊਡਰ ਉਸ 'ਚ ਹੋਵੇ, ਉਸੇ ਪਾਣੀ 'ਚ 1 ਲੌਂਗ ਥੋੜਾ ਜਿਹਾ ਕੁੱਟ ਕੇ, 1 ਮੋਟੀ ਇਲਾਚੀ, 1 ਛੋਟੀ ਇਲਾਚੀ ਇਹ ਵੀ ਕੁੱਟ ਕੇ, ਥੋੜੀ ਜਿਹੀ ਸੌਂਫ ਚਮਚੇ ਦਾ 3 ਹਿੱਸਾ ਤੇ ਕੁਝ ਤੁਲਸੀ ਦੇ ਪੱਤੇ ਪਾ ਕੇ ਇਹਨੂੰ ਉਬਾਲ ਲਓ ਚੰਗੀ ਤਰ੍ਹਾਂ। ਉਬਾਲਣ ਤੋਂ ਬਾਅਦ ਫਿਰ ਢੱਕਣ ਲਗਾ ਕੇ ਰੱਖ ਲਵੋ। ਉਹਦੇ ਵਿੱਚ ਫਿਰ ਬਾਅਦ ਵਿੱਚ ਤਾਜ਼ਾ ਛੋਟਾ ਜਿਹਾ ਟੋਟਾ ਅਦਰਕ ਦਾ ਤੇ ਤਾਜ਼ੀ ਛੋਟੀ ਜਿਹੀ ਕੱਚੀ ਹਲਦੀ ਦਾ ਟੋਟਾ ਕੁੱਟ ਕੇ ਇਹਦੇ ਵਿੱਚ ਪਾ ਲਵੋ। ਉਸ ਤੋਂ ਬਾਅਦ ਉਬਾਲਣਾ ਨਹੀਂ, ਇਸੇ ਤਰ੍ਹਾਂ ਢੱਕਣ ਦੇ ਵਿੱਚ ਹੀ ਰੱਖੋ। ਕਾਫੀ ਇਹਦਾ ਅਸਰ ਨਿਕਲ ਆਂਦਾ ਜੇ। ਫਿਰ ਕੋਸਾ ਜਦੋਂ ਹੋਵੇ ਉਹਦੇ ਵਿੱਚ ਅੱਧਾ ਚਮਚ ਸ਼ਹਿਦ ਦਾ ਪਾ ਕੇ
ਇਹ ਜੇ ਦਿਨ ਵਿੱਚ 2 ਵਾਰ ਲੈ ਲਿਆ ਜਾਵੇ ਤਾਂ ਗਲਾ ਖਰਾਬ ਕਿਤੇ ਉੱਡ ਪੁੱਡ ਹੀ ਜਾਂਦਾ ਜੇ। ਬਹੁਤ ਕਮਾਲ ਦਾ ਇਹਦੇ ਨਾਲ ਅਸਰ ਦਿਖਦਾ ਜੇ। ਈਵਨ ਡੈਂਗੂ ਬੁਖਾਰ ਵਿੱਚ ਵੀ, ਬਾਕੀ ਤਾਂ ਹੋਰ ਕੋਈ ਦਵਾਈ ਹੈ ਹੀ ਨਹੀਂ, ਪਰ ਜੇ ਇਹ ਨਾਲ ਲਗਾਤਾਰ ਨੁਸਖਾ ਲਈ ਜਾਓ ਤਾਂ ਉਹ ਗਲੇ ਦਾ ਤੇ ਸਾਰਾ ਕੁਝ ਦੀ ਇੰਪਰੂਵਮੈਂਟ ਛੇਤੀ ਹੋ ਜਾਂਦੀ ਜੇ ਜੀ। ਤੇ ਹੁਣ ਤਾਂ ਮਾਊਥ ਫਰੈਸ਼ਨਰ 'ਚ ਇੰਨੀ ਕੁ ਇਹ ਦਾਲਚੀਨੀ ਦੀ ਵਰਤੋਂ ਹੋਣ ਲੱਗ ਗਈ ਹੈ ਕਿ ਆਪਾਂ ਬਜਾਏ ਕਿ ਉਹ ਮਹਿੰਗੇ ਮਾਊਥ ਫਰੈਸ਼ਨਰ ਲੈਣ ਨਾਲੋਂ ਤੁਸੀਂ ਦਾਲਚੀਨੀ ਦਾ ਛੋਟਾ ਜਿਹਾ ਟੋਟਾ ਜੇ ਮੂੰਹ ਦੇ ਵਿੱਚ ਰੱਖ ਕੇ ਚੱਬ ਲੈਂਦੇ ਹੋ ਤਾਂ ਉਹ ਸਾਰੀ ਮੂੰਹ ਵਾਲੀ ਬਦਬੂ ਵੀ ਚਲੀ ਜਾਂਦੀ ਹੈ। ਤੇ ਜੇ ਇਹਨੂੰ ਚੂਸ ਕੇ ਉਸ ਤੋਂ ਬਾਅਦ ਭਾਵੇਂ ਚੂਲੀ ਕਰ ਲਵੋ ਜਾਂ ਇਹਨੂੰ ਉਬਾਲ ਕੇ ਇਹਦੇ ਪਾਣੀ ਨਾਲ ਵੀ ਜੇ ਚੂਲੀਆਂ ਕਰ ਲਈਆਂ ਜਾਣ ਤਾਂ ਮੂੰਹ ਵਿਚਲੀ ਬਦਬੂ ਉਹਦੇ ਨਾਲ ਹਟ ਸਕਦੀ ਹੈ। ਜੀ। ਹੁਣ ਔਰਤਾਂ ਲਈ ਆਪਾਂ ਜ਼ਰੂਰ ਇੱਕ ਨੁਸਖਾ ਦੱਸ ਦਈਏ ਕਿ ਜੇ ਹਾਰਮੋਨ ਦੀ ਗੜਬੜੀ ਹੈ, ਚਿਹਰੇ ਤੇ ਵਾਲ ਨੇ, ਕੀ ਖਿਆਲ ਹੈ ਨਵਦੀਪ ਜੀ, ਦੱਸ ਦਈਏ? ਜੀ ਮੈਮ ਜ਼ਰੂਰ ਜੀ। ਤੇ ਸਾਰੇ ਦਰਸ਼ਕ ਇੰਤਜ਼ਾਰ ਕਰ ਰਹੇ ਨੇ ਕਿ ਹਲੇ ਹੋਰ ਵੀ ਬਹੁਤ ਸਾਰੇ ਇਹ ਸਵਾਲ ਇਹਨਾਂ ਦੇ ਮਨਾਂ ਦੇ ਵਿੱਚ ਹੋਣਗੇ, ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਇਹਨਾਂ ਦੇ ਮਨਾਂ 'ਚ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਆਪਾਂ ਪਹਿਲਾਂ ਹੀ ਦਿੰਦੇ ਜਾਈਏ ਇਹਨਾਂ ਨੂੰ। ਦੇਖੋ, ਜਿਹੜੇ ਔਰਤਾਂ ਦੇ ਮੂੰਹ ਤੇ ਵਾਲ ਆਉਣ ਲੱਗ ਪੈਣ ਜਾਂ ਮਾਹਵਾਰੀ ਰੈਗੂਲਰ ਨਾ ਹੋਵੇ, ਉਹਨਾਂ ਵਿੱਚ ਹਾਰਮੋਨਾਂ ਦੀ ਦਵਾਈ ਤਾਂ ਨਾਲ ਦਿੱਤੀ ਜਾਂਦੀ ਹੈ, ਪਰ ਇੱਕ ਖੋਜ ਕੀਤੀ ਗਈ ਜਿਸ ਵਿੱਚ ਅੱਧਾ ਚਮਚ ਸੀਲੋਨ ਦਾਲਚੀਨੀ 6 ਮਹੀਨੇ ਖਵਾਈ ਗਈ ਤਾਂ ਵੇਖਿਆ ਗਿਆ ਉਹਨਾਂ ਦੀ ਮਾਹਵਾਰੀ ਰੈਗੂਲਰ ਦਵਾਈ ਬੰਦ ਹੋਣ ਤੋਂ ਬਾਅਦ ਵੀ ਜ਼ਿਆਦਾ ਦੇਰ ਰਹੀ ਤੇ ਇਹਦੇ ਵਿੱਚ ਅਸਰ 3 ਸਾਲ ਤੱਕ ਤਾਂ ਦੇਖਿਆ ਗਿਆ, ਪਰ ਉਸ ਤੋਂ ਬਾਅਦ ਫਿਰ ਦੁਬਾਰਾ ਉਸੇ ਤਰ੍ਹਾਂ ਹੋਣ ਲੱਗ ਗਿਆ ਸੀ। ਦਾ ਮਤਲਬ ਇਹ ਹੈ ਕਿ ਅੱਗੋਂ ਹੁਣ ਕਿੰਨੀ ਵਾਰ ਇਹ ਦੇਣੀ ਪਏਗੀ, ਕਿੰਨੀ ਦੇਰ ਦੇਣੀ ਪਏਗੀ, ਨਾਲ ਬਾਕੀ ਹਾਰਮੋਨਲ ਟ੍ਰੀਟਮੈਂਟ ਦੀ ਲੋੜ ਹੈ ਜਾਂ ਨਹੀਂ, ਇਹ ਵੀ ਅਜੇ ਖੋਜ ਜਾਰੀ ਹੈ, ਕਿਉਂਕਿ ਇੱਕੋ ਇੱਕ ਖੋਜ ਹੋਈ ਹੈ ਜਿਸ ਇੱਕ ਗੱਲ ਸਪਸ਼ਟ ਕਰ ਦਈਏ ਕਿ ਕਿਸੇ ਵੀ ਹਾਲ ਵਿੱਚ ਨਾਲ ਰੈਗੂਲਰ ਟ੍ਰੀਟਮੈਂਟ ਬੰਦ ਨਹੀਂ ਹੋਣੀ ਚਾਹੀਦੀ। ਸਿਰਫ ਉਸ ਦਵਾਈ ਦਾ ਅਸਰ ਲੰਬੇ ਸਮੇਂ ਤੱਕ ਤੇ ਛੇਤੀ ਹੋਣ ਦੇ ਲਈ ਇਹ ਨਾਲ ਅੱਧਾ ਚਮਚ ਸੀਲੋਨ ਦੀ ਦਾਲਚੀਨੀ 6 ਮਹੀਨੇ ਰੋਜ਼ ਲਈ ਜਾ ਸਕਦੀ ਹੈ, ਜਿਸਨੂੰ ਭਾਵੇਂ ਸਵੇਰੇ ਪਾਣੀ ਦੇ ਵਿੱਚ ਉਬਾਲ ਕੇ ਲੈ ਲਈ ਜਾਵੇ ਜਾਂ ਤੁਸੀਂ ਕਿਸੇ ਚੀਜ਼ 'ਚ ਸਬਜ਼ੀ ਜਾਂ ਦਾਲ 'ਚ ਪਾ ਕੇ ਲੈਣਾ ਚਾਹੋ ਉਸ ਤਰ੍ਹਾਂ ਵੀ ਲੈ ਸਕਦੇ ਹੋ। ਸੋ ਇਹ ਰੈਗੂਲਰ ਇੰਨੀ ਕੁ ਖਾਧੀ ਜਾ ਸਕਦੀ ਹੈ। ਹੁਣ ਇੱਕ ਹੋਰ ਚੀਜ਼ ਜੋ ਫੇਸ ਪੈਕਸ ਜਿਹੜੇ ਆਏ ਨੇ, ਖਾਸ ਤੌਰ ਤੇ ਕਿੱਲ ਮੁਹਾਸਿਆਂ ਲਈ, ਆਪਾਂ ਪਿਛਲੀ ਵਾਰ ਦੱਸਿਆ ਵੀ ਸੀ, ਮੈਂ ਦੁਬਾਰਾ ਦੁਹਰਾ ਦਿਆਂ ਉਹਨੂੰ, 3 ਚਮਚ ਸ਼ਹਿਦ ਵਿੱਚ 1 ਚਮਚ ਸੀਲੋਨ ਦਾਲਚੀਨੀ ਮਿਲਾ ਕੇ 30 ਸਕਿੰਟ ਲਈ ਮਾਈਕ੍ਰੋਵੇਵ 'ਚ ਇਹਨੂੰ ਰੱਖ ਲਓ। ਫਿਰ 10 ਮਿੰਟ ਲਈ ਮੂੰਹ ਉੱਤੇ ਲੇਪ ਲਾ ਕੇ ਇਹਨੂੰ ਰੱਖੋ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਕੋਸੇ ਪਾਣੀ ਨਾਲ ਧੋ ਲੈਣਾ ਚਾਹੀਦਾ। ਹਫ਼ਤੇ ਵਿੱਚ 1 ਵਾਰ ਇਹ ਵਰਤਣੀ ਚਾਹੀਦੀ ਹੈ ਤੇ 2 ਮਹੀਨੇ ਜੇ ਵਰਤਦੇ ਰਹੋ ਤਾਂ ਕਿੱਲ ਮੁਹਾਸੇ, ਦਾਗ ਦੂਗ ਕਾਫੀ ਸਾਫ਼ ਹੋ ਜਾਂਦੇ ਨੇ। ਇਹ ਚਮੜੀ ਵਿਚਲੇ ਕੋਲਾਜਨ ਨੂੰ ਲਚਕੀਲਾ ਬਣਾ ਦਿੰਦੀ ਹੈ, ਜਿਸ ਸਦਕਾ ਇਹਦੇ ਵਿੱਚ ਚਿਹਰੇ ਦੀ ਰੌਣਕ ਵੀ ਵਾਪਸ ਆ ਜਾਂਦੀ ਹੈ, ਦਾਗ ਹਲਕੇ ਚਲੇ ਜਾਂਦੇ ਨੇ ਤੇ ਨਾਲੇ ਨਾਲ ਇਹ ਨਿੱਕੀਆਂ ਮੋਟੀਆਂ ਝੁਰੜੀਆਂ ਵੀ ਇਹ ਠੀਕ ਕਰ ਦਿੰਦੀ ਜੇ। ਹੁਣ ਇਹਦੇ ਵਿੱਚ ਵਾਰ-ਵਾਰ ਦਰਅਸਲ ਮੈਂ ਜ਼ਿਕਰ ਕਰੀ ਜਾ ਰਹੀ ਸਾਂ ਕਿ ਇਹ ਵੈਰਾਈਟੀ ਬਾਜ਼ਾਰ ਵਿੱਚ ਕੇਸੀਆ ਮਿਲਦੀ ਜੇ। ਸੋ ਜੇ ਸਾਨੂੰ ਇਹ ਕਿਤੇ ਵਹਿਮ ਹੋ ਗਿਆ ਕਿ ਅਸੀਂ ਰੋਜ਼ ਸਦੀਆਂ ਤੋਂ ਖਾਂਦੇ ਹੀ ਆ ਰਹੇ ਹਾਂ ਜੀ, ਇਹ ਤਾਂ ਸਾਡੇ ਗਰਮ ਮਸਾਲਿਆਂ ਵਿੱਚ ਪੈ ਹੀ ਰਹੀ ਹੈ, ਅਸੀਂ ਚਾਹ ਪੀਂਦੇ ਹੀ ਪਏ ਹਾਂ, ਪਰ ਇਹ ਫਾਇਦੇ ਨਹੀਂ ਦਿਖ ਰਹੇ। ਦਾ ਕਾਰਨ ਸਿਰਫ ਇੱਕੋ ਹੈ ਕਿ ਅਸੀਂ ਸੀਲੋਨ ਕਿਸਮ ਪੜ੍ਹ ਕੇ ਨਹੀਂ ਲੈ ਰਹੇ, ਜਿਸ ਤੇ ਕੁਝ ਵੀ ਨਹੀਂ ਲਿਖਿਆ, ਉਹਦਾ ਮਤਲਬ ਉਹ ਕੇਸੀਆ ਵੈਰਾਈਟੀ, ਅਸੀਂ ਸਿਰਫ ਉਹੀ ਲੈ ਰਹੇ ਹਾਂ। ਅਸਲ ਦਾਲਚੀਨੀ ਸੀਲੋਨ ਵਾਲੀ ਹੁੰਦੀ ਜੇ ਜੀ, ਕਿਉਂਕਿ ਜਿਹੜੀ ਕੇਸੀਆ ਕਿਸਮ ਹੁੰਦੀ ਜੇ ਇਹਦੇ ਵਿੱਚ ਇੱਕ ਕੁਮਾਰਿਨ ਹੁੰਦੀ ਜੇ, ਜਿਸ ਸਦਕਾ ਇਹਦੀ ਵਾਧੂ ਵਰਤੋਂ ਸਗੋਂ ਤਗੜਾ ਨੁਕਸਾਨ ਕਰ ਸਕਦੀ ਜੇ। ਇਸੇ ਲਈ ਬਹੁਤ ਧਿਆਨ ਨਾਲ ਇਹ ਲੈਣੀ ਚਾਹੀਦੀ ਜੇ ਜਿਹੜੀ ਅਸੀਂ ਆਮ ਦਾਲਚੀਨੀ ਲੈ ਰਹੇ ਹਾਂ ਕੇਸੀਆ। ਇਹਦੇ ਨਾਲ ਇੱਕ ਹੋਰ ਵੀ ਖਤਰਾ ਹੁੰਦਾ ਜੇ, ਇਹਦੀ ਸੁੱਕੀ ਹੋਈ ਜਿਹੜੀ ਲੱਕੜ ਵੀ ਆਪਾਂ ਲੈਂਦੇ ਹਾਂ, ਕਈ ਵਾਰ ਉਸ 'ਚ ਉੱਲੀ ਲੱਗੀ ਹੁੰਦੀ ਜੇ ਜੋ ਜਾਨਲੇਵਾ ਤੱਕ ਹੋ ਸਕਦੀ ਹੈ, ਕਾਫੀ ਖਤਰਨਾਕ ਹੋ ਸਕਦੀ ਹੈ। ਸੋ ਇਸੇ ਲਈ ਕੋਸ਼ਿਸ਼ ਕਰੋ ਕਿ ਤੁਸੀਂ ਜਿਹਦੇ ਬਾਹਰ ਅੱਖਰ ਲਿਖਿਆ ਹੋਏ ਸੀਲੋਨ ਉਹੀ ਵਾਲੀ ਦਾਲਚੀਨੀ ਲਈ ਜਾਵੇ, ਉਸੇ ਨਾਲ ਹੀ ਜ਼ਿਆਦਾ ਫਾਇਦੇ ਨੇ। ਇਹ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਜੇ ਤੁਹਾਡੇ ਘਰਾਂ ਵਿੱਚ ਕੇਸੀਆ ਵੈਰਾਈਟੀ ਚਮਚ ਭਰ ਕੇ ਖਾਣ ਲੱਗ ਗਏ ਹੋ ਤਾਂ ਨੁਕਸਾਨ ਵੀ ਕਰਾ ਸਕਦੇ ਆ। ਦੂਸਰੀ ਅਹਿਮ ਚੀਜ਼ ਕਿ ਇਹਦੀ ਜਿਹੜੀ ਵਰਤੋਂ ਦੱਸੀ ਜਾਂਦੀ ਜੇ ਕਿਤੇ ਵੀ 6 ਮਹੀਨੇ ਤੋਂ ਉੱਪਰ ਨਹੀਂ ਵਰਤੀ ਗਈ ਤੇ ਵੱਖੋ ਵੱਖਰੀਆਂ ਬਿਮਾਰੀਆਂ 'ਚ ਵੱਖ ਸਮੇਂ ਲਈ
ਸਿਰਫ ਵਰਤਣ ਦਾ ਜ਼ਿਕਰ ਮਿਲਦਾ ਜੇ। ਇਸੇ ਲਈ ਕਦੇ ਵੀ ਆਪਣੇ ਆਪ ਤਜਰਬੇ ਨਾ ਕੀਤੇ ਜਾਣ ਤਾਂ ਵਧੀਆ। ਡਾਕਟਰੀ ਇਲਾਜ ਜ਼ਰੂਰ ਚੱਲਣਾ ਚਾਹੀਦਾ, ਉਹਦੇ ਨਾਲੋਂ ਨਾਲ ਫਾਇਦੇ ਵਾਸਤੇ ਇਹਨੂੰ ਵਰਤਿਆ ਜਾ ਸਕਦਾ। ਜੀ ਜੀ। ਤੇ ਮੈਮ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਦਾਲਚੀਨੀ ਹੈ ਜਿਹੜੀ ਉਹ ਵੱਖੋ ਵੱਖਰੇ ਰੋਗਾਂ ਨੂੰ दूर करने के लिए वरती जाती है, बहुत सारिया मैडिसिन के विच वरती गई है, किस तरीके दे नाल उसते खोजां होईयां ने। साडे दर्शक जिहड़े सानू सुन रहे होणगे उन्हां दे मनां दे विच एक विचार जरूर बार बार आ रहा होएगा, तां ओह चाहुंदे होणगे कि उन्हां नूं ਆਪਾਂ ਇਹ ਤਾਂ ਦੱਸ ਦਿੱਤਾ ਕਿ ਅੱਧਾ ਚਮਚ ਦਾਲਚੀਨੀ ਲੈਣੀ ਹੈ, 1 ਚਮਚ ਲੈਣੀ ਹੈ, 1.5 ਚਮਚ ਲੈਣੀ ਹੈ ਤੇ 6 ਮਹੀਨੇ ਤੱਕ ਲੈਣੀ ਹੈ, ਪਰ ਦਾਲਚੀਨੀ ਦਾ ਸੇਵਨ ਕਿਸ ਤਰੀਕੇ ਦੇ ਨਾਲ ਕਰਨਾ ਹੈ? ਪਾਣੀ ਦੇ ਵਿੱਚ ਉਬਾਲ ਕੇ ਕਰਨਾ ਜਾਂ ਸ਼ਹਿਦ ਵਗੈਰਾ ਨਾਲ ਲੈ ਸਕਦੇ ਨੇ, ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਯੂਜ਼ ਕਰਨੀ ਹੈ? ਤਾਂ ਕਿਰਪਾ ਕਰਕੇ ਦਰਸ਼ਕਾਂ ਨੂੰ ਉਹਦੀ ਵੀ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਕਿ ਉਹ ਕਿਹੜੇ ਹਿਸਾਬ ਦੇ ਨਾਲ, ਜਿਵੇਂ ਕਿ ਇੱਕ ਸਵਾਲ ਦਾ ਜਵਾਬ ਜਿਹੜੇ ਤੁਸੀਂ ਆਪ ਹੀ ਦੇ ਗਏ ਤੇ ਉਹਨਾਂ ਦਾ ਜਵਾਬ ਵੀ ਦੇਣਾ ਬਣਦਾ ਸੀਗਾ ਕਿ ਕਿਹੜੀ ਕਿਸਮ ਦੀ ਦਾਲਚੀਨੀ ਹੈ जो बेटर है, जो लोग लै सकते हैं, जिसका इन्होंने फायदा भी होएगा। सो दर्शकों ने जरूर ध्यान देना कि सिलोन वाली जिहड़ी दालचीनी है उही तुसीं वरतनी है, पर किस हिसाब दे नाल लैनी है, किवें उबाल के लैनी है या किवें लैनी है, वो भी आपां मैम तो जरूर पूछांगे। जी मैम। बिल्कुल, बड़ा वाजिब सवाल तुसीं पुछिया जे। दरअसल हर एक तरह की बीमारी विच, क्योंकि ये खोजां दे उत्ते आधारित जे सारे दा सारा प्रोग्राम, सो ਜਿਹੜੀਆਂ ਖੋਜਾਂ ਦੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਰਿਆਂ ਨਾਲ, ਉਹਨਾਂ ਸਾਰਿਆਂ ਵਿੱਚ ਹੀ ਵੱਖੋ ਵੱਖਰੇ ਤਰੀਕੇ ਨਾਲ ਦਿੱਤੀ ਗਈ। ਕਈਆਂ ਵਿੱਚ ਜਿਵੇਂ ਮੈਂ ਦੱਸ ਹੀ ਚੁੱਕੀ ਹਾਂ, ਪੌਣਾ ਚਮਚ ਸੀ। ਜਿਵੇਂ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਪੌਣਾ ਚਮਚ ਦਾਲਚੀਨੀ 8 ਹਫ਼ਤਿਆਂ ਲਈ ਖਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਉਹਦਾ ਅਸਰ ਦੇਖਿਆ ਗਿਆ ਸਾਲ ਭਰ ਬੜਾ ਵਧੀਆ ਸੀ, ਬਸ਼ਰਤੇ ਕਿ ਨਮਕ ਜ਼ਰੂਰ ਉਹਨਾਂ ਨੇ ਕਾਬੂ 'ਚ ਰੱਖਣ ਦੀ ਆਪਣੇ ਰੱਖਿਆ ਤੇ ਨਮਕ ਨਹੀਂ ਲਿਆ ਵਾਧੂ, ਤੇ ਨਾਲ ਦਵਾਈ ਵੀ ਜਾਰੀ ਰੱਖੀ ਸੀ। ਤੋ ਉਹ ਸਾਰੀਆਂ ਚੀਜ਼ਾਂ ਨਾਲ ਜਾਰੀ ਰੱਖੀਆਂ ਸਨ। ਇਹ ਜਿਹੜੇ ਦੇਣ ਦਾ ਤਰੀਕਾ ਜੇ ਉਹਦੇ ਵਿੱਚ 2 ਢੰਗ ਨੇ। ਜਾਂ ਤਾਂ ਤੁਸੀਂ ਇਸੇ ਤਰ੍ਹਾਂ ਜੇ ਦਾਲਚੀਨੀ ਦਾ ਫੱਕਾ ਲੈਣਾ ਹੋਏ, ਮੈਂ ਦੱਸਿਆ ਸੀ ਉਹ ਗਲੇ 'ਚ ਲੱਗ ਸਕਦਾ, ਸੋ ਇਸੇ ਤਰ੍ਹਾਂ ਪਾਊਡਰ ਨਾ ਲਿਆ ਜਾਵੇ। ਇਹਨੂੰ ਦੇਣ ਲਈ ਜਾਂ ਤਾਂ ਪਾਣੀ ਵਿੱਚ ਉਬਾਲ ਕੇ ਲਿਆ ਗਿਆ ਸੀ, ਉਹ ਪਾਣੀ ਪੀ ਲਿਆ ਗਿਆ ਸੀ, ਜਾਂ ਉਹਦੇ ਵਿੱਚ ਜਿਵੇਂ ਮੈਂ ਚਾਹ ਦਾ ਢੰਗ ਦੱਸਿਆ ਉੱਦਾਂ ਲੈ ਸਕਦੇ ਹੋ, ਜਾਂ ਉਹਨੂੰ ਸਬਜ਼ੀ ਜਾਂ ਦਾਲ ਵਿੱਚ ਮਿਕਸ ਕਰਕੇ ਉਸ ਤਰ੍ਹਾਂ ਵੀ ਲਿਆ ਜਾ ਸਕਦਾ। ਕੁਝ ਲੋਕ ਦਹੀਂ ਦੇ ਵਿੱਚ ਇਹਨੂੰ ਪਾ ਕੇ ਲੈ ਲੈਂਦੇ ਨੇ, ਕੋਸਾ ਤਾਜ਼ਾ ਜੰਮਿਆ ਹੋਇਆ, ਉਹ ਵੀ ਓਨਾ ਹੀ ਅਸਰਦਾਰ ਹੈ। ਜਾਂ ਫਿਰ ਤੁਸੀਂ ਇਹਨੂੰ ਜੇ ਕਿਸੇ ਤਰ੍ਹਾਂ ਦੀ ਕੋਈ ਪਿੰਨੀ ਵਗੈਰਾ ਦੇ ਵਿੱਚ ਮਿਕਸ ਕਰਕੇ ਉਨੀ ਰੋਜ਼ ਡੋਜ਼ ਲੈਣੀ ਚਾਹੋ, ਜੇ ਤੁਹਾਨੂੰ ਖਾਸ ਤੌਰ ਤੇ ਜੇ ਸ਼ੱਕਰ ਰੋਗ ਹੈ, ਕਿਸੇ ਵੀ ਹਾਲ ਵਿੱਚ ਖੰਡ ਨਹੀਂ ਹੋਣੀ ਚਾਹੀਦੀ, ਉਹਦੀ ਜਗ੍ਹਾ ਤੇ ਖਜੂਰਾਂ ਦਾ ਤੁਸੀਂ ਪਾ ਸਕਦੇ ਹੋ। ਨਾਲ ਅਲਸੀ ਦੀ ਪਿੰਨੀ ਦੇ ਵਿੱਚ ਇਹਨੂੰ ਨਾਲ ਐਡ ਕਰ ਲਓ ਦਾਲਚੀਨੀ ਨੂੰ, ਫਿਰ ਤਾਂ ਸੋਨੇ ਤੇ ਸੁਹਾਗਾ ਹੀ ਹੋ ਜਾਂਦਾ ਕਿ ਸਭ ਕੁਛ ਹੀ ਕਮਾਲ ਦੀ ਅੰਦਰ ਚੀਜ਼ ਚਲੀ ਗਈ। ਸੋ ਇਹ ਵੱਖੋ ਵੱਖਰੇ ਤਰੀਕਿਆਂ ਨਾਲ ਲੈ ਸਕਦੇ ਹੋ। ਸਿੱਧਾ ਫੱਕਾ ਮਾਰਨਾ ਬਿਲਕੁਲ ਵੀ ਠੀਕ ਨਹੀਂ ਹੈ। ਮੈਂ ਵਾਰ-ਵਾਰ ਜ਼ਿਕਰ ਕਰੀ ਜਾ ਰਹੀ ਹਾਂ, ਰੱਬ ਦਾ ਵਾਸਤਾ ਜੇ ਕੇਸੀਆ ਵੈਰਾਈਟੀ ਨਾ ਲਿਓ, ਉਹ ਇੰਨੀ ਜ਼ਿਆਦਾ ਮਾਤਰਾ ਵਿੱਚ ਰੋਜ਼ ਖਾਣ ਨਾਲ ਨੁਕਸਾਨ ਹੋ ਸਕਦਾ ਜੇ। ਸਿਰਫ ਸਿਲੋਨ ਜੋ ਵੈਰਾਈਟੀ ਦੇ ਜਿਹਦੇ ਬਾਹਰ ਲਿਖਿਆ ਹੋਵੇ ਸਿਲੋਨ ਵੈਰਾਈਟੀ, ਉਹੀ ਲੈਣੀ ਚਾਹੀਦੀ ਹੈ। ਜੀ ਜੀ ਮੈਮ ਜਿਸ ਤਰੀਕੇ ਦੇ ਨਾਲ ਆਪਾਂ ਅੱਜ ਦਰਸ਼ਕਾਂ ਨੂੰ ਦੱਸਿਆ ਕਿ ਫੇਸ ਪੈਕ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ, ਖੰਘ ਜ਼ੁਕਾਮ ਹੋਵੇ ਤਾਂ ਵੀ ਯੂਜ਼ ਕਰ ਸਕਦੇ ਹੋ, ਸਬਜ਼ੀਆਂ ਦਾਲਾਂ ਦੇ ਵਿੱਚ ਪਾ ਕੇ ਵੀ ਯੂਜ਼ ਕਰ ਸਕਦੇ ਹੋ। ਪਰ ਜੇ ਇਨਸਾਨ ਬਿਲਕੁਲ ਤੰਦਰੁਸਤ ਹੈ ਤਾਂ ਵੈਸੇ ਤਾਂ ਤੁਸੀਂ ਦੱਸਿਆ ਕਿ ਜੇ ਕਿਸੇ ਬਿਮਾਰੀ ਦੇ ਸ਼ਿਕਾਰ ਹੋ ਤਾਂ 6 ਮਹੀਨੇ ਤੋਂ ਵੱਧ ਸੇਵਨ ਨਹੀਂ ਕਰਨਾ, ਪਰ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਅਸੀਂ ਕਿੰਨੀ ਕੁ ਮਾਤਰਾ ਦੇ ਵਿੱਚ ਦਾਲਚੀਨੀ ਲੈ ਸਕਦੇ ਹਾਂ? ਜੀ ਬਿਲਕੁਲ, ਦੇਖੋ ਕਿਉਂਕਿ ਰੋਜ਼ ਜਿਹੜੀ ਅਸੀਂ ਬਹੁਤ ਸਾਰੇ ਤਾਂ ਬਾਜ਼ਾਰੀ ਸਮਾਨ ਜੋ ਪ੍ਰੀਜ਼ਰਵੇਟਿਵ ਵਜੋਂ ਵੀ ਇਹਦੇ ਵਿੱਚ ਪਾਇਆ ਜਾ ਚੁੱਕਿਆ, ਇਸੇ ਲਈ ਆਪਾਂ ਉਹ ਕਿਉਂਕਿ ਕੇਸੀਆ ਵੈਰਾਈਟੀ ਜ਼ਿਆਦਾ ਹੁੰਦੀ ਜੇ, ਸਿਲੋਨ ਵੈਰਾਈਟੀ ਤੁਸੀਂ ਨਾਰਮਲ ਜੇ ਰੋਜ਼ ਲੈਣੀ ਜੇ, ਇੱਕ ਚੁੰਡੀ ਜਿਹਨੂੰ ਕੋਈ ਵੀ ਬਿਮਾਰੀ ਨਹੀਂ, ਨਾਰਮਲ ਹੈ, ਇੱਕ ਚੁੰਡੀ ਜਿਵੇਂ ਮੈਂ ਦੱਸਿਆ ਸੀ ਇਹ ਚਾਹ ਦੇ ਵਿੱਚ ਜਿਵੇਂ ਉਹ ਪਾ ਕੇ ਤੁਸੀਂ ਰੈਗੂਲਰ ਲੈਂਦੇ ਰਹੋ, ਗਲਾ ਖਰਾਬ ਹੈ ਜਾਂ ਨਹੀਂ, ਉਹ ਬਹੁਤ ਜ਼ਿਆਦਾ ਵਧੀਆ ਤੁਹਾਡੇ ਲਈ ਸਾਬਤ ਹੋ ਸਕਦੀ ਹੈ। ਤੁਹਾਡੀ ਇਮਿਊਨਿਟੀ ਵਧਾ ਸਕਦੀ ਹੈ, ਤੁਹਾਡੇ ਅੰਦਰ ਐਂਟੀਆਕਸੀਡੈਂਟ ਦੀ ਮਾਤਰਾ ਪੂਰੀ ਹੋ ਜਾਏਗੀ, ਦਿਲ ਦੇ ਰੋਗ, ਜੋੜਾਂ ਦੇ, ਹੋਰ ਬਥੇਰੀਆਂ ਚੀਜ਼ਾਂ ਤੋਂ, ਤੇ ਖਾਸ ਤੌਰ ਤੇ ਸ਼ੱਕਰ ਰੋਗੀਆਂ ਨੂੰ ਤਾਂ ਇਹ ਜ਼ਰੂਰ ਹੀ ਰੈਗੂਲਰ ਲੈਣੀ ਚਾਹੀਦੀ ਜੇ। ਇੱਕ ਚੁੰਡੀ ਜੇ ਲੈਂਦੇ ਰਹੋ ਸਾਲ ਭਰ ਵੀ ਤੁਸੀਂ ਲੈ ਸਕਦੇ ਹੋ, ਉਹਦਾ ਕੋਈ ਨੁਕਸਾਨ ਨਹੀਂ। ਪਰ ਜੇ ਚਮਚਿਆਂ ਦੇ ਹਿਸਾਬ ਨਾਲ ਜਾਣਾ ਜੇ ਤਾਂ ਜ਼ਰੂਰ ਡਾਕਟਰੀ ਸਲਾਹ ਦੇ ਨਾਲ ਕਿ ਜਿਹੜੀ ਪ੍ਰੋਪਰ ਡੋਜ਼ ਚੱਲਦੀ ਹੋਏ, ਤੇ ਸਿਰਫ ਜਿੰਨੇ ਹਫ਼ਤਿਆਂ ਦਾ ਮੈਂ ਜ਼ਿਕਰ ਕੀਤਾ ਉਨੀ ਹੀ ਦੇਰ ਲੈਣੀ ਚਾਹੀਦੀ, ਉਸ ਤੋਂ ਵੱਧ ਦੀ ਖੋਜ ਹਾਲੇ ਸਾਡੇ ਕੋਲ ਨਹੀਂ ਆਈ। ਜੀ
ਤੇ ਮੈਮ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਜੀ ਮੈਂ ਸੁਣਿਆ ਤਾਂ ਹਮੇਸ਼ਾ ਵਾਂਗ ਨਵਦੀਪ ਜੀ, ਸਾਡਾ ਤਾਂ ਸਾਰਾ ਗਲੋਬਲ ਟੀਵੀ ਦਾ ਸਮੂਹ ਟੱਬਰ ਇੱਕੋ ਹੀ ਚੀਜ਼ ਹਮੇਸ਼ਾ ਅਰਦਾਸ ਕਰਦਾ ਹੈ ਕਿ ਸਾਨੂੰ ਸੁਣਨ ਵੇਖਣ ਵਾਲਿਆਂ ਦੇ ਖੁਸ਼ੀ ਰਵੇ, ਉਹਨਾਂ ਦੇ ਟੱਬਰਾਂ ਦੇ ਅੰਦਰ ਪ੍ਰਫੁੱਲਿਤ ਹੁੰਦੇ ਰਹਿਣ, ਸਿਹਤਮੰਦ ਰਹਿਣ, ਆਬਾਦ ਰਹਿਣ। ਪਰ ਇੱਕ ਬਹੁਤ ਡੂੰਘੀ ਗੱਲ ਜਿੱਥੋਂ ਮੈਂ ਕਹਾਣੀ ਸ਼ੁਰੂ ਵੀ ਕੀਤੀ ਸੀ ਕਿ ਆਪਾਂ ਦੂਜੇ ਲਈ ਜਦੋਂ ਕੁਝ ਮਾੜਾ ਸੋਚਦੇ ਹਾਂ ਉਸ ਤੋਂ ਦੁੱਗਣਾ ਮਾੜਾ ਸਾਡਾ ਆਪ ਹੋ ਜਾਂਦਾ ਹੈ। ਤੇ ਇਸੇ ਲਈ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ, ਉਹ ਅਸੀਂ ਤੋੜ ਭੰਨ ਕਰਦੇ ਹਾਂ, ਤਾਂ ਦੁੱਗਣਾ ਨੁਕਸਾਨ ਸਾਡਾ ਹੀ ਆਪਣਾ ਜੇ। ਹੁਣ ਇੱਕ ਦਾਲਚੀਨੀ ਵਰਗੀ ਚੀਜ਼ ਵਿੱਚ ਜੇ ਕੁਦਰਤ ਨੇ ਇੰਨੀ ਕਮਾਲ ਦੀ ਗੱਲ ਲੁਕਾਈ ਹੈ, ਇਹਦਾ ਮਤਲਬ ਹੈ ਕੁਦਰਤ ਨੂੰ ਬਚਾ ਕੇ ਰੱਖੀਏ। ਬਹੁਤ ਸਾਰੀਆਂ ਜੜੀਆਂ ਬੂਟੀਆਂ ਜੋ ਸਾਡੀ ਉਮਰ ਲੰਬੀ ਕਰਨ ਵਿੱਚ ਸਹਾਈ ਹੁੰਦੀਆਂ ਸਨ, ਅਸੀਂ ਇਸ ਦੁਨੀਆ ਤੋਂ ਅਲਵਿਦਾ ਕਰ ਚੁੱਕੇ ਹਾਂ। ਬੇਲੋੜੇ ਜੋ ਅਸੀਂ ਕੀਟਨਾਸ਼ਕ ਛਿੜਕ ਕੇ ਉਹਨਾਂ ਨੂੰ ਮੁਕਾ ਛੱਡਿਆ, ਧਰਤੀ ਜ਼ਹਿਰੀਲੀ ਕਰ ਛੱਡੀਏ। ਰੱਬ ਦਾ ਵਾਸਤਾ ਉਹ ਜ਼ਹਿਰ ਸਾਡੀਆਂ ਪੁਸ਼ਤਾਂ ਦੀ, ਸਾਡੀ ਨਸਲ ਖਤਮ ਕਰਨ ਵੱਲ ਜਾਏਗਾ। ਸੋ ਅਸੀਂ ਕੋਸ਼ਿਸ਼ ਕਰ ਲਈਏ ਕਿ ਕੁਦਰਤ ਨੂੰ ਜਿੰਨਾ ਅਸੀਂ ਸਾਂਭ ਸਕੀਏ ਓਨਾ ਹੀ ਕੁਦਰਤ ਸਾਨੂੰ ਵਧੀਆ ਤਰੀਕੇ ਸਾਂਭੇਗੀ। ਜੀ 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 ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਸੋ ਦਰਸ਼ਕੋ, ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦਾਲਚੀਨੀ ਬਾਰੇ ਅਹਿਮ ਗੱਲ ਕੀਤੀ। ਬਹੁਤ ਸਾਰੀਆਂ ਖੋਜਾਂ ਨੇ ਜਿਹੜੀਆਂ ਇਸ 'ਤੇ ਹੋਈਆਂ ਨੇ ਕਿ ਕੈਂਸਰ ਦੇ ਰੋਗਾਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ, ਸ਼ੱਕਰ ਰੋਗੀਆਂ ਦੇ ਲਈ ਗੱਲ ਕੀਤੀ ਜਾਵੇ, ਔਰਤਾਂ ਦੇ ਲਈ ਮਹਾਮਾਰੀ ਦੇ ਦੌਰਾਨ ਕਿਸ ਤਰੀਕੇ ਦੀਆਂ ਦਿੱਕਤਾਂ ਆਉਂਦੀਆਂ ਨੇ, ਹਾਰਮੋਨਸ ਦੇ ਵਿੱਚ ਇਨਬੈਲੈਂਸ ਜਦੋਂ ਹੋ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸੈੱਟ ਕੀਤਾ ਜਾ ਸਕਦਾ, ਜਾਂ ਹੋਰ ਵੀ ਬਹੁਤ ਸਾਰੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਤਲਬ ਕਿ ਇੱਕ ਖਜ਼ਾਨਾ ਸੀ ਦਾਲਚੀਨੀ ਨੂੰ ਲੈ ਕੇ ਕਿ ਕਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਜਦੋਂ ਆਮ ਅਸੀਂ ਚਾਹ ਦੇ ਵਿੱਚ ਪਾਉਂਦੇ ਹਾਂ, ਸਬਜ਼ੀ ਦੇ ਵਿੱਚ ਪਾਉਂਦੇ ਹਾਂ, ਤਾਂ ਸਾਡੇ ਘਰਾਂ ਦੇ ਵਿੱਚ ਬੱਚੇ ਹੀ ਨਹੀਂ, ਕੁਝ ਵੱਡੇ ਵੀ ਐਸੇ ਹੁੰਦੇ ਜਿਹੜੇ ਕਹਿੰਦੇ ਨੇ ਇਹ ਚਾਹ ਦੇ ਵਿੱਚ ਕੀ ਪਾਤਾ, ਇਹ ਸਬਜ਼ੀ ਦੇ ਵਿੱਚ ਕੀ ਪਾਤਾ। ਮਤਲਬ ਉਹਨਾਂ ਸਾਰਿਆਂ ਨੂੰ ਇਸ ਦੇ ਗੁਣਾਂ ਤੋਂ ਜਾਣੂ ਕਰਵਾਇਆ ਜਾਵੇ ਕਿ ਕਿਵੇਂ ਇਹ ਗੁਣਾਂ ਦੇ ਵਿੱਚ ਭਰਪੂਰ ਹੈ। ਪਰ ਜਿਸ ਤਰੀਕੇ ਦੇ ਨਾਲ ਮੈਮ ਨੇ ਜਾਂਦੇ ਇੱਕ ਹੋਰ ਗੱਲ ਕੀਤੀ ਹੈ ਕਿ ਦਾਲਚੀਨੀ ਵੀ ਮਾਰਕੀਟ ਦੇ ਵਿੱਚ 2 ਤਰੀਕੇ ਦੀ ਆ ਰਹੀ ਹੈ, ਤਾਂ ਤੁਸੀਂ ਧਿਆਨ ਦੇ ਨਾਲ ਵੇਖਣਾ ਹੈ ਕਿ ਤੁਸੀਂ ਕਿਹੜੀ ਦਾਲਚੀਨੀ ਹੈ ਜਿਹੜੀ ਉਹ ਖਰੀਦ ਰਹੇ ਹੋ। ਸੋ ਤੁਸੀਂ ਦਾਲਚੀਨੀ ਦਾ ਸੇਵਨ ਜ਼ਰੂਰ ਕਰਨਾ ਹੈ, ਜਿਵੇਂ ਦੱਸਿਆ ਉਸ ਤਰੀਕੇ ਦੇ ਨਾਲ ਕਰਨਾ ਹੈ। ਨਾਲ ਆਪਣੇ ਡਾਕਟਰ ਦੀ ਸਲਾਹ ਵੀ ਲੈਂਦੇ ਰਹਿਣਾ ਤੇ ਨਾਲ ਆਪਣੀ ਦਵਾਈ ਵੀ ਖਾਂਦੇ ਰਹਿਣਾ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਜੀ, ਇਹ ਤੁਸੀਂ ਸਾਨੂੰ ਜ਼ਰੂਰ ਦੱਸਣਾ। ਸੋ ਮਿਲਾਂਗੇ ਆਪਾਂ ਹੁਣ ਅਗਲੇ ਹਫ਼ਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।